ਕੋਈ ਕਹਿੰਦਾ ਪੁਲ ਬਣਵਾ ਦੇਵਾਂਗੇ, ਕੋਈ ਕਹਿੰਦਾ ਬੇੜਾ ਦੇਵਾਂਗੇ, ਕੋਈ ਬੇੜੀ ਦੇਵਾਂਗੇ, ਬਹੁਤ ਮੰਗਾ ਕਹਿੰਦੇ ਨੇ। ਤੇ ਜਦੋਂ ਬਣ ਜਾਂਦੇ ਨੇ ਮੁੜ ਕੇ ਸਾਡੇ ਪਿੰਡ ਨੂੰ ਕੋਈ ਮੂੰਹ ਕਰਕੇ ਵੇਂਦਾ ਹੀ ਨਹੀਂ। ਇਸ ਪਿੰਡ ਦੇ ਵਿੱਚ ਆਉਣਾ ਤਾਂ ਤੁਹਾਨੂੰ ਇੱਕ ਵੱਡੀ ਜਿਹੀ ਕਿਸ਼ਤੀ ਇੱਥੇ ਹੈਗੀ ਜਿਹਨੂੰ ਆਪਾਂ ਬੋਟ ਕਹਿ ਲੈਂਦੇ ਆ। ਇਸ ਕਿਸ਼ਤੀ ਦੇ ਵਿੱਚ ਬੈਠ ਕੇ ਹੀ ਪਾਰ ਕਿਨਾਰੇ ਜਾਣਾ ਪਏਗਾ। ਸਕੂਲ ਨੂੰ ਤਾਲਾ ਲੱਗਾ ਪਿਆ ਹੈ, ਕੋਈ ਡਾਕਟਰ ਨਹੀਂ, ਕੋਈ ਪਿਚਾਰ ਨਹੀਂ, ਬੱਚਿਆਂ ਨੂੰ ਕੁਛ ਵੀ ਨਹੀਂ ਸਹੂਲਤ। ਇੱਕ ਗਰਭਵਤੀ ਔਰਤ ਦਾ ਬੱਚਾ ਸਿਰਫ ਇਸ ਲਈ ਮਰ ਜਾਂਦਾ ਹੈ ਕਿਉਂਕਿ ਉਸ ਨੂੰ ਡਿਲੀਵਰੀ ਦੇ ਲਈ ਕੋਈ ਡਾਕਟਰ ਨਹੀਂ ਮਿਲਦਾ। ਵੋਟ ਹੋਈਆਂ, ਇਲੈਕਸ਼ਨ ਹੋਇਆ ਨਹੀਂ ਸੀਗਾ, ਐਮਐਲਏ ਨੇ ਧੱਕਾ ਹੀ ਕੀਤਾ ਕਾਂਗਰਸ ਵੱਲੋਂ, ਪਿੰਕੀ ਨੇ ਆ ਵੀ ਇੱਕ ਵੋਟ ਤੇ ਇੱਕ ਸਰਪੰਚ ਖੜਾ ਕਰਕੇ ਮਤਲਬ ਆਪ ਦਾ ਹੀ ਸਰਪੰਚ ਬਣਾਇਆ, ਕੱਲ ਨੂੰ ਵੀ ਕੋਈ ਵੀ ਸਹੂਲਤ ਮੰਗ ਨਾ ਸਕੇ ਸਾਡੇ ਕੋਲ। ਜਿਹੜਾ ਪੱਕਾ ਰਾਸਤਾ ਸਾਡਾ ਆਉਂਦਾ ਸੀ ਉੱਥੇ ਸਰਪੰਚ ਨੇ ਆਪ ਦੀ ਥਾਂ ਪੈਲੀ ਬਣਾ ਲਈ, ਘਰ ਮਕਾਨ ਬਣਾ ਲਈ, ਅੱਗੇ ਰਾਸਤਾ ਬੰਦ ਕਰ ਲਿਆ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਚੰਦਨ। ਆਜ਼ਾਦੀ ਦੇ 75 ਸਾਲ ਪੂਰੇ ਹੋ ਗਏ ਨੇ। ਅਸੀਂ ਆਜ਼ਾਦੀ ਦੇ 75ਵਾਂ ਸਾਲ ਜਿਹੜਾ ਇਹ ਵਾਲਾ ਉਹ ਮਨਾਉਂਦੇ ਪਏ ਹਾਂ। ਅਗਸਤ ਦਾ ਮਹੀਨਾ ਚੱਲਦਾ ਪਿਆ ਹੈ, ਪਰ ਕਦੀ ਕਿਸੇ ਨੇ ਸੋਚਿਆ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਇੱਕ ਅਜਿਹਾ ਪਿੰਡ ਹੋਵੇਗਾ ਜਿਸ ਦੇ ਵਿੱਚ ਨਾ ਤਾਂ ਕੋਈ ਬੱਸ ਜਾਂਦੀ ਹੈ, ਨਾ ਹੀ ਕੋਈ ਕਹਿ ਸਕਦੇ ਹਾਂ ਕਿ ਆਟੋ ਜਾਂਦਾ ਹੈ। ਕਿਉਂਕਿ ਉਸ ਪਿੰਡ ਨੂੰ ਕੋਈ ਰਸਤਾ ਹੀ ਨਹੀਂ ਜਾਂਦਾ। ਇਹ ਪਿੰਡ ਇੱਕ ਅਜਿਹਾ ਪਿੰਡ ਹੈ ਕਿ ਜੋ ਤੁਹਾਨੂੰ ਗੂਗਲ ਮੈਪ ਤੇ ਵੀ ਨਹੀਂ ਮਿਲੇਗਾ। ਇਸ ਪਿੰਡ ਦੀ ਲੋਕੇਸ਼ਨ ਵੀ ਤੁਹਾਨੂੰ ਗੂਗਲ ਮੈਪ ਤੇ ਕਿਤੇ ਵੀ ਦੇਖਣ ਨੂੰ ਨਹੀਂ ਮਿਲੇਗੀ। ਇਸ ਪਿੰਡ ਦੇ ਵਿੱਚ ਆਉਣਾ ਤਾਂ ਤੁਹਾਨੂੰ ਇੱਕ ਵੱਡੀ ਜਿਹੀ ਕਿਸ਼ਤੀ ਇੱਥੇ ਹੈਗੀ ਜਿਹਨੂੰ ਆਪਾਂ ਬੋਟ ਕਹਿ ਲੈਂਦੇ ਆ। ਇਸ ਕਿਸ਼ਤੀ ਦੇ ਵਿੱਚ ਬੈਠ ਕੇ ਹੀ ਪਾਰ ਕਿਨਾਰੇ ਜਾਣਾ ਪਏਗਾ ਕਿਉਂਕਿ ਇਹ ਪਿੰਡ ਜਿਹੜਾ ਪਾਕਿਸਤਾਨ ਸਰਹੱਦ ਦੇ ਨਾਲ ਲੱਗਦਾ ਹੈ। ਇਸ ਪਿੰਡ ਦੇ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਲੱਗ ਜਾਂਦਾ ਤੇ ਬਾਕੀ ਤੇ ਇਸ ਪਿੰਡ ਦੇ ਤਿੰਨ ਪਾਸੇ ਸਤਲੁਜ ਦਰਿਆ ਦੇ ਨਾਲ ਘਿਰੇ ਹੋਏ ਨੇ। ਇਸ ਕਾਰਨ ਇਸ ਪਿੰਡ ਦੇ ਵਿੱਚ ਨਾ ਤਾਂ ਕੋਈ ਬੱਸ ਜਾਂਦੀ ਹੈ ਤੇ ਨਾ ਹੀ ਕੋਈ ਹੋਰ ਜਿਹੜਾ ਸੁਵਿਧਾ ਸਾਧਨ ਹੈ ਉਹ ਜਾ ਸਕਦਾ ਹੈ, ਜਿਸ ਦੇ ਕਾਰਨ ਇਸ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਖਾਸ ਕਰਕੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬੋਟ ਦੀ ਜੇ ਗੱਲ ਕਰੀਏ ਤਾਂ ਇਸ ਦਾ ਵੀ ਕੋਈ ਵਾਰਿਸ ਨਹੀਂ ਹੈਗਾ, ਇਹ ਵੀ ਇੱਥੇ ਲਵਾਰਿਸ ਪਈ ਰਹਿੰਦੀ ਹੈ। ਕਿਉਂਕਿ ਇੱਥੇ ਵੀ ਨਾ ਤਾਂ ਕਿਸੇ ਦੀ ਕੋਈ ਪੱਕੀ ਡਿਊਟੀ ਹੈ, ਨਾ ਹੀ ਸਰਕਾਰ ਦੇ ਵੱਲੋਂ ਇੱਥੇ ਆ ਕੇ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ। ਜੇਕਰ ਕਿਸੇ ਨੇ ਪਰਲੇ ਕੰਢੇ ਤੋਂ ਇਸ ਕੰਢੇ ਤੱਕ ਆਉਣਾ ਤਾਂ ਜੇਕਰ ਬੋਟ ਇਸ ਕੰਢੇ ਤੇ ਰਹਿ ਗਈ ਹੈ ਤਾਂ ਉਸਨੂੰ ਇੱਥੇ ਪਹਿਲਾਂ ਖੜੇ ਹੋ ਕੇ ਵੇਟ ਕਰਨੀ ਪਏਗੀ ਕਿ ਕਦੋਂ ਬੋਟ ਉਧਰੋਂ ਇੱਧਰ ਆਏਗੀ। ਤੇ ਜੇਕਰ ਕਿਸੇ ਨੇ ਉਸ ਦਰਿਆ ਕੰਢੇ ਜਾਣਾ ਹੈ ਲੇਕਿਨ ਬੋਟ ਉਧਰ ਹੀ ਰਹਿ ਗਈ ਹੈ ਤਾਂ ਫਿਰ ਉਹਨੂੰ ਵੀ ਉੱਥੇ ਵੇਟ ਕਰਨੀ ਪਏਗੀ। ਤੇ 3-4 ਜਾਣੇ ਜੋ ਉਧਰੋਂ ਆ ਰਹੇ ਨੇ, ਇੱਕ ਜਾਣਾ ਉਧਰੋਂ ਬੋਟ ਲੈ ਕੇ ਇੱਧਰ ਆ ਰਿਹਾ, ਫਿਰ ਹੀ ਇੱਧਰਲਾ ਦੂਸਰੇ ਪਾਰ ਜਾ ਸਕਦਾ ਹੈ। ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ, ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਆਵਾਜਾਈ ਦੇ ਸਾਧਨ ਨੂੰ ਲੈ ਕੇ। ਪਰ ਅਸਲ ਦੇ ਵਿੱਚ ਇਸ ਪਿੰਡ ਦੇ ਕੀ ਹਾਲਾਤ ਨੇ, ਅਸਲ ਦੇ ਵਿੱਚ ਇਸ ਪਿੰਡ ਦੇ ਜਿਹੜੇ ਲੋਕ ਨੇ ਉਹ ਕਿੰਨਾ ਹੋਰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਪਏ ਨੇ ਜਾਂ ਫਿਰ ਉਹ ਆਪਣੇ ਦਿਨ ਕਿਹੋ ਜਿਹੇ ਕਹਿ ਸਕਦੇ ਕਿ ਹਾਲਾਤਾਂ ਦੇ ਵਿੱਚ ਕੱਟਣ ਨੂੰ ਮਜਬੂਰ ਨੇ, ਇਹ ਤਾਂ ਉਸ ਪਿੰਡ ਦੇ ਵਿੱਚ ਜਾ ਕੇ ਹੀ ਪਤਾ ਲੱਗੇਗਾ। ਸੋ ਆਪਾਂ ਵੀ ਅੱਜ ਇਸ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਦੂਸਰੇ ਪਾਰ ਜਾਂਦੇ ਹਾਂ, ਪਿੰਡ ਦੇ ਵਿੱਚ ਜਾ ਕੇ ਦੇਖਦੇ ਹਾਂ ਕਿ ਪੂਰੇ ਪੰਜਾਬ ਦੇ ਨਾਲੋਂ ਨਿਖੜਿਆ ਹੋਇਆ ਇੱਕ ਪਿੰਡ ਜੋ ਕਿ ਨਾ ਸਾਨੂੰ ਕਦੀ ਗੂਗਲ ਤੇ ਨਜ਼ਰ ਆਉਂਦਾ ਹੈ ਤੇ ਨਾ ਹੀ ਇਸ ਪਿੰਡ ਦੀ ਕੋਈ ਇਹੋ ਜਿਹੀ ਖਬਰ ਸੁਣੀ ਹੈ ਕਿ ਜਿੱਥੇ ਸਰਕਾਰ ਨੇ ਕੋਈ ਵਿਕਾਸ ਕੀਤਾ ਹੋਵੇ, ਡਿਵੈਲਪਮੈਂਟ ਕੀਤੀ ਹੋਵੇ। ਤਾਂ ਉਸ ਪਿੰਡ ਦੇ ਹਾਲਾਤ ਕੀ ਨੇ, ਆਪਾਂ ਅੰਦਰ ਬੈਠਦੇ ਹਾਂ ਇਸ ਬੋਟ ਦੇ, ਆਪਾਂ ਸਾਰੇ ਜਾਂਦੇ ਹਾਂ ਤੇ ਦੇਖਦੇ ਹਾਂ ਜਾ ਕੇ ਕਿ ਪਿੰਡ ਦੇ ਹਾਲਾਤ ਕੀ ਨੇ ਤੇ ਨਾਲ ਹੀ ਆਪਾਂ ਸਭ ਦੇ ਨਾਲ ਗੱਲਬਾਤ ਜਾਰੀ ਰੱਖਦੇ ਹਾਂ। ਅਸੀਂ ਇਸ ਕਸ਼ਤੀ ਦੇ ਵਿੱਚ ਸਵਾਰ ਹੋ ਚੁੱਕੇ ਹਾਂ। ਹਾਲਾਤ ਇਸ ਦੇ ਵੀ ਬਹੁਤ ਜ਼ਿਆਦਾ ਮਾੜੇ ਨੇ। ਇਸ ਕਸ਼ਤੀ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਹੀ ਜ਼ਿਆਦਾ ਪੁਰਾਣੀ ਲੱਗਦੀ ਪਈ ਹੈ, ਜਿਵੇਂ ਕਿ 10 ਸਾਲ ਪੁਰਾਣੀ ਹੋਵੇ। ਤੇ ਇਸ ਦੇ ਜੇ ਹਾਲਾਤਾਂ ਦੀ ਗੱਲ ਕਰੀਏ ਤਾਂ ਜਗ੍ਹਾ ਤੋਂ ਟੁੱਟੀ ਪਈ ਹੈ। ਕਈ ਵਾਰ ਇਹਦੇ ਵਿੱਚ ਪਾਣੀ ਵੀ ਭਰ ਜਾਂਦਾ ਹੈ। ਪਤਾ ਨਹੀਂ ਪਿੰਡ ਦੇ ਲੋਕ ਇਸ ਦੇ ਨਾਲ ਕਿਵੇਂ ਗੁਜ਼ਾਰਾ ਕਰਦੇ ਨੇ, ਕਿਵੇਂ ਨਹੀਂ। ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਰੱਸੀ ਬੰਨੀ ਹੋਈ ਹੈ, ਇਸ ਨੂੰ ਇੱਕ ਕਿਨਾਰਾ ਮੰਨ ਕੇ ਚੱਲਦੇ ਹਾਂ। ਇਸ ਰੱਸੀ ਦੇ ਨਾਲ ਇਸ ਬੋਟ ਨੂੰ ਚਲਾਇਆ ਜਾਂਦਾ ਹੈ, ਜਿਸ ਦੇ ਚੱਲਦਿਆਂ ਇਹ ਲੋਕ ਕਿਸੇ ਤਰੀਕੇ ਦੂਸਰੇ ਕਿਨਾਰੇ ਪਹੁੰਚਦੇ ਨੇ ਤੇ ਆਪਣਾ ਗੁਜ਼ਾਰਾ ਕਰਦੇ ਨੇ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰ ਇਹ ਰੱਸੀ ਜਿਹੜੀ ਹੈ ਇਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦਿਖਾ ਦੇਣ
ਤਾਂ ਜੋ ਉਹਨਾਂ ਨੂੰ ਵੀ ਇਹ ਪਤਾ ਚੱਲੇ ਕਿ ਕਿਵੇਂ ਅੱਜ ਵੀ ਪੰਜਾਬ ਦਾ ਇੱਕ ਪਿੰਡ ਅਜਿਹਾ ਹੈ ਜਿੱਥੇ ਲੋਕ ਇਦਾਂ ਦੀ ਦੁਵਿਧਾ ਭਰੀ ਜ਼ਿੰਦਗੀ ਬਤੀਤ ਕਰਨ ਦੇ ਲਈ ਕਾਫੀ ਮਜਬੂਰ ਨੇ ਤੇ ਇਹਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਇਸ ਦੇ ਵਿੱਚ ਆਜ਼ਾਦੀ ਦੇ 75 ਸਾਲਾਂ ਦਾ ਕੋਈ ਕਸੂਰ ਨਹੀਂ ਹੈ। ਇਸ ਵਿੱਚ ਕਸੂਰ ਹੈ ਸਾਡੀਆਂ ਉਹਨਾਂ ਸਰਕਾਰਾਂ ਦਾ ਜਿਨ੍ਹਾਂ ਦੀ ਕਦੀ ਇਧਰ ਜਾਂ ਤਾਂ ਨਿਗਾਹ ਗਈ ਨਹੀਂ ਜਾਂ ਫਿਰ ਉਹਨਾਂ ਨੇ ਦੇਖ ਕੇ ਅਣਦੇਖਿਆ ਕਰ ਦਿੱਤਾ ਹੈ। ਜੇ ਆਪਾਂ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਇਸ ਕਸ਼ਤੀ ਦੇ ਜਿਹੜੇ ਹਾਲਾਤ ਨੇ ਬਹੁਤ ਜ਼ਿਆਦਾ ਮਾੜੇ ਨੇ, ਪਰ ਫਿਰ ਵੀ ਇਸ ਦੇ ਵਿੱਚ ਜਿਹੜਾ ਤੁਸੀਂ ਲੋਡ ਦੇਖ ਸਕਦੇ ਹੋ ਕਾਫੀ ਜ਼ਿਆਦਾ। 3 ਤਾਂ ਇਹਦੇ ਵਿੱਚ ਬਾਈਕਸ ਖੜੀਆਂ ਹੋਈਆਂ ਨੇ ਜਿਹਨੂੰ ਆਪਾਂ ਮੋਟਰਸਾਈਕਲ ਕਹਿੰਦੇ ਆ। ਇਸ ਤੋਂ ਇਲਾਵਾ ਆਪਾਂ ਦੇਖ ਸਕਦੇ ਹਾਂ ਕਿ 10 ਦੇ ਕਰੀਬ ਅਸੀਂ ਇਸ ਦੇ ਵਿੱਚ ਸਵਾਰ ਹੈਗੇ ਆ। ਜੇ ਮੈਂ ਬੰਦਿਆਂ ਦੀ ਗੱਲ ਕਰਾਂ ਤਾਂ 10 ਦੇ ਕਰੀਬ ਬੰਦੇ ਇਸ ਕਸ਼ਤੀ ਦੇ ਵਿੱਚ ਸਵਾਰ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਥੋੜਾ ਬਹੁਤ ਸਮਾਨ ਜਿਹੜਾ ਇਸ ਦੇ ਵਿੱਚ ਪਿਆ ਰਹਿੰਦਾ ਹੈ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਇਹ ਲੋਕ ਹੁਣ ਉਸ ਪਾਰ ਜਾ ਰਹੇ ਨੇ। ਅਸੀਂ ਵੀ ਇਹਨਾਂ ਦੇ ਨਾਲ ਉਸ ਪਾਰ ਜਾਂਦੇ ਪਏ ਹਾਂ ਤੇ ਜਾ ਕੇ ਗੱਲਬਾਤ ਕਰਦੇ ਹਾਂ ਕਿ ਇੱਥੇ ਸਵਾਲ ਇਹ ਵੀ ਉੱਠਦਾ ਹੈ। ਦੇਖਣ ਵਾਲੀ ਗੱਲ ਇਹ ਵੀ ਹੈ ਕਿ ਇਸ ਕਸ਼ਤੀ ਦੇ ਹਾਲਾਤ ਇੰਨੇ ਮਾੜੇ ਕਿਉਂ ਨੇ? ਕਿ ਇਹਨਾਂ ਲੋਕਾਂ ਨੂੰ ਇੱਕ ਕਸ਼ਤੀ ਵੀ ਪ੍ਰੋਵਾਈਡ ਨਹੀਂ ਕਰਵਾ ਸਕੀ ਪੰਜਾਬ ਸਰਕਾਰ ਜਾਂ ਫਿਰ ਕਹਿ ਲਵੋ ਕਿ ਭਾਰਤ ਸਰਕਾਰ। ਤਾਂ ਇਸ ਦੇ ਇੰਨੇ ਹਾਲਾਤ ਮਾੜੇ ਕਿਉਂ ਨੇ? ਇੰਨੀ ਖਸਤਾ ਹਾਲਤ ਦੇ ਵਿੱਚ ਇਹ ਲੋਕ ਇੱਥੇ ਸਵਾਰ ਹੋਣ ਦੇ ਲਈ ਆਪਣੀ ਜਾਨ ਜ਼ੋਖਮ ਦੇ ਵਿੱਚ ਪਾ ਕੇ ਕਿਉਂ ਉਸ ਪਾਰ ਜਾਂਦੇ ਨੇ? ਇਹ ਸਭ ਦੇ ਬਾਬਤ ਗੱਲਬਾਤ ਕਰਾਂਗੇ ਉੱਥੇ ਲੋਕਾਂ ਦੇ ਨਾਲ ਪਹੁੰਚ ਕੇ ਤੇ ਸਾਰੀ ਜਾਣਕਾਰੀ ਅੱਜ ਆਪਾਂ ਹਾਸਲ ਕਰਾਂਗੇ ਆਜ਼ਾਦੀ ਦੇ ਇਹਨਾਂ 75 ਸਾਲਾਂ ਦੇ ਵਿੱਚ ਅੱਜ ਵੀ ਪਿੰਡ ਕਾਲੂਵਾਲਾ ਦਾ ਇਹ ਹਾਲ ਕਿਉਂ ਹੈ। ਤੇ ਭਾਜੀ ਇਹ ਜਿਹੜੀ ਬੇੜੀ ਦੇ ਵਿੱਚ ਆਪਾਂ ਸਵਾਰ ਆ, ਇਹ ਬੇੜੀ ਜਿਹੜੀ ਹੈ ਇਹ ਤੁਸੀਂ ਤੁਹਾਨੂੰ ਸਰਕਾਰ ਨੇ ਦਿੱਤੀ ਹੈ ਜਾਂ ਫਿਰ ਤੁਸੀਂ ਆਪ ਪਿੰਡ ਵਾਲਿਆਂ ਨੇ ਖਰੀਦੀ ਹੈ? ਜੀ ਅਸੀਂ ਆਦੇ ਪਿੰਡ ਵਾਲਿਆਂ ਨੇ ਰੁਪਈਆ 1000 ਲਾ ਕੇ ਇਹ 80000 ਦੀ ਬੇੜੀ ਬਣੀ ਸੀ, ਅਸੀਂ ਆਪ ਖਰੀਦੀ ਆ। ਇਹਨੂੰ ਬੇੜੀ ਨੂੰ 3-4 ਸਾਲ ਹੋ ਗਏ ਚੱਲਦੀ ਪਈ ਆ, ਬਾਕੀ ਹੁਣ ਟੁੱਟ ਚੁੱਕੀ ਆ। ਇਸ ਟਾਈਮ ਸਾਨੂੰ ਕੋਈ ਸਰਕਾਰ ਨੇ ਬੇੜੀ ਨਾ ਦਿੱਤੀ ਏ। ਇੱਕ ਬੇੜਾ ਮਿਲਿਆ ਸੀ ਕਾਂਗਰਸ ਵੱਲੋਂ, ਉਹ ਸਰਪੰਚ ਜਿਹੜਾ ਕਾਂਗਰਸ ਦਾ ਬਣਿਆ ਨਾ ਉਹ ਆਦੇ ਘਰ ਦੇ ਕੋਲ ਰੱਖਿਆ ਬੇੜਾ। ਉਹ ਬੇੜਾ ਜਦੋਂ ਕੋਈ ਇੱਥੇ ਅਫਸਰ ਆਉਂਦਾ ਹੈ ਉਦੋਂ 2 ਦਿਨ ਵਾਸਤੇ ਇੱਥੇ ਲੈ ਆਉਂਦਾ ਹੈ ਤੇ ਜਦੋਂ ਵੇਖੋ ਅਫਸਰ ਵਾਪਸ ਖਬਰ ਲਾ ਕੇ, ਜੋ ਖਬਰ ਵਾਲਾ ਆਉਂਦਾ ਜਾਂ ਕੋਈ ਵੀ ਅਫਸਰ ਆਉਂਦਾ ਨਾ, ਫਿਰ ਬੇੜਾ ਲੈ ਕੇ ਉੱਥੇ ਚਲਾ ਜਾਂਦਾ ਹੈ। ਤੇ ਫਿਰ ਤੁਸੀਂ ਪਿੰਡ ਦੇ ਸਰਪੰਚ ਦੇ ਨਾਲ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਕਦੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਜੀ ਉਹ ਸਰਪੰਚ ਖੁਦ ਉਹ ਆਪ ਹੀ ਇੱਥੋਂ ਬਣਿਆ, ਕਾਂਗਰਸ ਵੱਲੋਂ ਕੋਈ ਬੋਰਡ ਨਾਲ ਤਾਂ ਬਣਿਆ ਨਹੀਂ। ਇੱਕ ਬੋਰਡ ਤੇ ਸਰਪੰਚ ਬਣਿਆ ਜਿਹੜਾ ਉਹਨੂੰ ਬਣਾਇਆ ਗਿਆ ਕਾਂਗਰਸ ਵੱਲੋਂ। ਤੁਸੀਂ ਵੋਟਾਂ ਨਹੀਂ ਸੀ ਪਾਈਆਂ? ਵੋਟਾਂ ਜੀ ਵੋਟਾਂ ਹੋਈਆਂ, ਇਲੈਕਸ਼ਨ ਹੋਇਆ ਨਹੀਂ ਸੀਗਾ। ਐਮਐਲਏ ਨੇ ਧੱਕਾ ਹੀ ਕੀਤਾ ਕਾਂਗਰਸ ਵੱਲੋਂ, ਪਿੰਕੀ ਨੇ। ਆ ਵੀ ਇੱਕ ਵੋਟ ਤੇ ਇੱਕ ਸਰਪੰਚ ਖੜਾ ਕਰਕੇ ਮਤਲਬ ਆਪਦਾ ਹੀ ਸਰਪੰਚ ਬਣਾਇਆ, ਕੱਲ ਨੂੰ ਵੀ ਕੋਈ ਵੀ ਸਹੂਲਤ ਮੰਗ ਨਾ ਸਕੇ ਸਾਡੇ ਕੋਲ। ਅੱਛਾ। ਹਾਂਜੀ। ਤੇ ਜਦੋਂ ਫਿਰ ਪਿੰਡ ਦੇ ਸਰਪੰਚ ਨੇ ਆਪ ਪਾਰ ਜਾਣਾ ਹੁੰਦਾ ਤੇ ਫਿਰ ਉਹ ਕਿਵੇਂ ਜਾਂਦੇ ਨੇ? ਉਹ ਜੀ ਇੱਕ ਬੇੜੀ ਤੇ ਇੱਕ ਬੇੜਾ ਸੁਣਨਾ ਚਾਹੀਏ। ਬੇੜਾ ਤਾਂ ਸਾਨੂੰ ਪਤਾ ਵੀ ਬੇੜਾ ਮਿਲਿਆ ਸਾਨੂੰ, ਬੇੜੀ ਦਾ ਕਲੀਅਰ ਨਹੀਂ ਹੋ ਰਿਹਾ ਵੀ ਬੇੜੀ ਸਾਨੂੰ ਸਰਕਾਰੀ ਮਿਲੀ ਕਿ ਜਾਂ ਉਹਨਾਂ ਆਪ ਲਈ ਆ। ਉਹ ਬੇੜੀ ਤੇ ਬੇੜਾ ਇੱਥੇ 1 ਦਿਨ ਵਾਸਤੇ ਛੱਡ ਗਏ ਸੀ, 2 ਦਿਨ ਵਾਸਤੇ। ਜਦੋਂ ਇੱਥੇ ਖਬਰ ਲਾਈ ਸੀ ਜਾਂ ਸਾਡੇ ਇੱਥੇ ਆਮ ਪਾਰਟੀ ਵੱਲੋਂ ਕੁਲਦੀਪ ਭੁੱਲਰ ਵਾਰੀ ਆਏ ਸੀਗੇ, ਉਹ ਦਿਨ ਉਹਨਾਂ ਇੱਥੇ 2 ਵਾਰੀ ਬੇੜੀ ਛੱਡੀ ਆ ਵੀ ਤੇ ਪਤਾ ਨਾ ਚੱਲ ਸਕੇ। ਬਾਕੀ ਉਹਨਾਂ ਫਿਰ ਉਹ ਆਦਾ ਬੇੜੀ ਤੇ ਬੇੜਾ ਉੱਥੇ ਲੈ ਗਿਆ ਆਦੇ ਅੱਡੇ ਤੇ। ਬਾਕੀ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਉਹਦੇ ਘਰਾਂ ਤੋਂ ਸਿੱਧਾ ਸਰਕਾਰੀ ਰਾਹ ਨਿਕਲਦਾ ਹੈ, ਸਾਨੂੰ ਉਹ ਰਾਹ ਹੀ ਦਿੱਤਾ ਜਾਵੇ। ਅਸੀਂ ਇਹ ਵੀ ਬੇੜੀ ਉੱਥੇ ਲੈ ਕੇ ਚੱਲਦੇ ਹਾਂ। ਸਾਨੂੰ ਇੱਧਰ ਬਾਰਡਰ ਏਰੀਏ ਵਿੱਚ ਰਾਤ ਨੂੰ ਧੱਕੇ ਖਾਣੇ ਪੈਂਦੇ ਆ। ਕਿਹੜਾ ਸਰਕਾਰੀ ਰਾਹ ਨਿਕਲਦਾ ਹੈ? ਸਰਕਾਰੀ ਜੋ ਨਿਆਲੇ ਵਾਲੇ ਸਿੱਧਾ ਸਰਪੰਚ ਦਾ ਘਰ ਪਾਇਆ, ਉਹਨੇ ਆਦਾ ਵੇਲੀ ਦੇ ਵਿੱਚ ਰਸਤਾ ਕਵਰ ਕੀਤਾ ਹੋਇਆ, ਉਹ ਰਸਤਾ ਛਡਵਾਇਆ ਜਾਵੇ ਤੇ ਸਾਨੂੰ ਰਸਤਾ ਉੱਥੋਂ ਸਿੱਧਾ ਦਿੱਤਾ ਜਾਵੇ। ਮਤਲਬ ਕਿ ਇਸ ਪਿੰਡ ਨੂੰ ਸਰਕਾਰੀ ਰਸਤਾ ਨਿਕਲਦਾ ਹੈ ਪਰ ਉਹ ਸਰਕਾਰੀ ਰਸਤੇ ਤੇ ਕਬਜ਼ਾ ਕੀਤਾ ਹੋਇਆ ਇੱਕ ਤਰ੍ਹਾਂ ਦਾ ਪਿੰਡ ਦੇ ਸਰਪੰਚ ਵੱਲੋਂ ਗਿਆ। ਉਹਨਾਂ ਨੇ ਰਸਤਾ ਉਹ ਤੋਂ ਸਿੱਧਾ ਜਾਂਦਾ ਹੈ ਨਿਆਲੇ ਵਾਲੇ ਤੋਂ, ਸਿੱਧਾ ਉਥੋਂ ਪੱਤਨ ਲੱਗਦਾ ਹੈ, ਪਾਰ ਸਿੱਧੇ ਲੋਕ ਲੰਘਦੇ ਸੀ। ਵੈਸੇ ਹੁਣ ਉਹਨਾਂ ਨੇ ਗੇਟ ਲਾ ਰੱਖਿਆ ਹੈ ਕਵਰ ਕਰਕੇ ਸਰਕਾਰ। ਇਹ ਜੋ ਚੀਜ਼ ਹੈ ਕਾਫੀ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਸਰਕਾਰੀ ਰਸਤੇ ਜਿਹੜੇ ਨੇ ਉਹ ਕਈਆਂ ਦੇ ਵੱਲੋਂ ਦਬਲੇ ਜਾਂਦੇ ਨੇ, ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਜਾਂਦਾ। ਨਾ ਤਾਂ ਪਿੰਡ ਦੀ ਪੰਚਾਇਤ ਇਸ ਤੇ ਕੋਈ ਸਵਾਲ ਚੁੱਕਦੀ ਹੈ ਤੇ ਨਾ ਹੀ ਪਿੰਡ ਦਾ ਸਰਪੰਚ ਤੇ ਨਾ ਹੀ ਸਰਕਾਰਾਂ ਵੱਲੋਂ ਇਸ ਤੇ ਕੋਈ ਬਹੁਤਾ ਧਿਆਨ ਦਿੱਤਾ ਜਾਂਦਾ। ਸੋ ਹੁਣ ਆਪਾਂ ਜਿਹੜਾ ਕਿਨਾਰਾ ਉਸ ਦੇ ਪਾਰ ਪਹੁੰਚ ਚੁੱਕੇ ਹਾਂ। ਕਾਲੂਵਾਲਾ ਪਿੰਡ ਦੇ ਵਿੱਚ ਜਿਹੜੀ ਸੜਕ ਜਾਂਦੀ ਹੈ ਉੱਥੇ ਆ ਚੁੱਕੇ ਹਾਂ। ਹੁਣ ਆਪਾਂ ਕਾਲੂਵਾਲਾ ਪਿੰਡ ਦੇ ਵਿੱਚ ਜਾਵਾਂਗੇ ਤੇ ਜਾ ਕੇ ਬਾਕੀ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤੇ ਹੁਣ ਅਸੀਂ ਇਸ ਪਿੰਡ ਦੇ ਵਿੱਚ ਪਹੁੰਚ ਚੁੱਕੇ ਹਾਂ। ਕਾਲੂਵਾਲਾ ਪਿੰਡ ਦੇ ਵਿੱਚ ਦੇਖਣ ਨੂੰ ਗੱਲ ਕੀਤੀ ਜਾਵੇ, ਪਿੰਡ ਦੀ ਦਿੱਖ ਦੀ ਗੱਲ ਕੀਤੀ ਜਾਵੇ, ਪਿੰਡ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਇਹ ਪਿੰਡ ਬਾਕੀ ਪੰਜਾਬ ਦੇ ਨਾਲੋਂ, ਭਾਰਤ ਦੇ ਨਾਲੋਂ ਕਾਫੀ ਜ਼ਿਆਦਾ ਪਛੜਿਆ ਹੋਇਆ ਹੈ। ਕਿਉਂਕਿ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ, ਨਾ ਤਾਂ ਇਸ ਪਿੰਡ ਨੂੰ ਕੋਈ ਰੋਡ ਲੱਗਦਾ ਤੇ ਜਿਹੜਾ ਰੋਡ ਲੱਗਦਾ ਹੈ ਉਹ ਕਿਸੇ ਦੇ ਵੱਲੋਂ ਉਸ ਦੇ ਉੱਪਰ ਕਬਜ਼ਾ ਜਿਹੜਾ ਉਹ ਕਰ ਲਿਆ ਗਿਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਿੰਡ ਦੇ ਜਿਹੜੇ ਲੋਕ ਨੇ ਕਾਫੀ ਪਰੇਸ਼ਾਨ ਨੇ। ਸੋ ਹੁਣ ਅਸੀਂ ਇਸ ਪਿੰਡ ਦੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਪਹੁੰਚੇ ਹੋਏ ਹਾਂ। ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕਰਦੇ ਹਾਂ। ਗੱਲਬਾਤ ਕਰਨ ਤੋਂ ਬਾਅਦ ਦੇਖਦੇ ਹਾਂ ਕਿ ਉਹਨਾਂ ਨੂੰ ਕੀ ਜਿਹੜੀਆਂ ਮੁਸ਼ਕਿਲਾਂ ਨੇ ਆਉਂਦੀਆਂ ਨੇ, ਸਾਰਾ ਇਸ ਬਾਰੇ ਅੱਜ ਆਪਾਂ ਕਲੀਅਰ ਕਰਦੇ ਹਾਂ। ਵੀ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ।
ਕੀ ਨਾਮ ਹੈ? ਅੱਕੋ ਬਾਈ ਤੇ ਕਿੰਨੀ ਉਮਰ ਹੈ ਤੁਹਾਡੀ? ਉਮਰ ਹੈਗੀ ਹੈ 50-60 ਸਾਲ। ਅੱਛਾ ਜੀ। ਤੇ ਕਦੋਂ ਤੋਂ ਇਸ ਪਿੰਡ ਦੇ ਵਿੱਚ ਰਹਿੰਦੇ ਪਏ? ਇੱਥੇ ਤਾਂ ਬੜੇ ਸਾਲਾਂ ਤੋਂ ਬੈਠੇ ਆ 47 ਤੋਂ, ਹਾਂ 40 ਤੋਂ 47 ਬੜੇ ਹੀ ਸਾਲ ਹੋ ਚੱਲੇ ਨੇ ਸਾਨੂੰ ਤਾਂ। ਜਦੋਂ ਪਹਿਲੀਆਂ ਨਹੀਂ ਸੀ ਪੱਟੀਆਂ ਬਾਅਦ ਵੀ ਅਸੀਂ ਕੀਤੇ ਜਦੋਂ ਤੋਂ ਬੈਠੇ ਆ ਇੱਥੇ। ਬੂਟੇ ਸੀ, ਝਾੜੀਆਂ ਸੀ ਸਾਰੇ ਆ। ਹੁਣ ਸਾਡੀ ਵਸੇ ਹੈ ਇੰਨੀ ਬਹੁਤ ਜ਼ਿਆਦਾ, ਸਾਨੂੰ ਕੋਈ ਪਰੇਸ਼ਾਨਗੀ ਇਤਨੀ ਹੈ ਬਹੁਤ ਜ਼ਿਆਦਾ। ਹੁਣ ਬੇੜੀ ਤੋਂ ਲੰਘਣੇ ਆ ਤਾਂ ਸਾਡੀ ਬੇੜੀ ਵੇਖੀ ਜਾਵੇ ਤਮਾਮ ਫਟੀਆਂ ਵੀ ਟੁੱਟ ਗਈਆਂ। ਡਰ ਡਰ ਕੇ ਸ਼ਹਿਰ ਜਾਂਦੇ ਆ, ਰਸਤਾ ਸਾਨੂੰ ਇਹੀ ਲੱਗਦਾ ਹੈ। ਤੇ ਬੇੜੀ ਤੁਸੀਂ ਕਹਿੰਦੇ ਹੋ ਸਾਰੀ ਟੁੱਟ ਚੁੱਕੀ ਹੈ, ਪਿੰਡ ਨੂੰ ਕੋਈ ਰਸਤਾ ਨਹੀਂ ਲੱਗਦਾ ਹੈਗਾ, ਤੇ ਫਿਰ ਤੁਸੀਂ ਕਿਹਾ ਨਹੀਂ ਪਿੰਡ ਦੇ ਸਰਪੰਚ ਨੂੰ ਪਈ ਸਰਕਾਰ ਦੇ ਨਾਲ ਇਸ ਬਾਬਤ ਗੱਲ ਕੀਤੀ ਜਾਵੇ? ਹੁਣ ਜਦੋਂ ਵੋਟਾਂ ਵਾਲੇ ਆਉਂਦੇ ਨੇ ਬਹੁਤ ਕੀਤਾ, ਜਦੋਂ ਵੋਟਾਂ ਦੇ ਪਿੱਛੇ ਆਉਂਦੇ ਨੇ ਸਾਡੇ ਇੱਥੇ ਏਰੀਏ ਦੇ ਵਿੱਚ ਕਹਿੰਦੇ ਨੇ, ਕੋਈ ਕਹਿੰਦਾ ਪੁਲ ਬਣਵਾ ਦੇਵਾਂਗੇ, ਕੋਈ ਕਹਿੰਦਾ ਬੇੜਾ ਦੇਵਾਂਗੇ, ਕੋਈ ਬੇੜੀ ਦੇਵਾਂਗੇ, ਬਹੁਤ ਮੰਗਾ ਕਹਿੰਦੇ ਨੇ। ਤੇ ਜਦੋਂ ਬਣ ਜਾਂਦੇ ਨੇ ਮੁੜ ਕੇ ਸਾਡੇ ਪਿੰਡ ਨੂੰ ਕੋਈ ਮੂੰਹ ਕਰਕੇ ਵਿੰਦਾ ਹੀ ਨਹੀਂ। ਇਤਨੀ ਪਰੇਸ਼ਾਨ ਕਿ ਬਹੁਤ ਜ਼ਿਆਦਾ, ਨਾ ਸਾਡੇ ਕੋਈ ਡਰਦੀ ਮਾਰੀ ਇੱਥੇ ਬੱਚਿਆਂ ਨੂੰ ਪੜਾਉਣ ਆਵੇ, ਜ਼ਿੰਦਗੀ ਖਰਾਬ ਬੱਚਿਆਂ ਦੀ। ਸਾਡੀ ਉਹ ਤੋਂ ਵੀ ਖਰਾਬ, ਜਦੋਂ ਬੇੜੀ ਦੇ ਡਰ ਡਰ ਤੇ ਲੰਘਨੇ ਆ ਫੱਟੇ ਸਾਰੇ ਟੁੱਟ ਗਏ ਨੇ। ਚਾਹੇ ਬਿਮਾਰ ਹੋ ਗਏ, ਅੱਜ 10 ਦਿਨ ਹੋ ਗਏ ਮੈਂ ਬਿਮਾਰ ਪਈ, ਡਰਦੀ ਮਾਰੀ ਬੇੜੀ ਤੇ ਨਹੀਂ ਚੜ੍ਹਨੀ ਆ ਬਈ, ਪਾਣੀ ਤੋਂ ਲੰਘਾ ਨਹੀਂ ਜਾਂਦਾ। ਉਹ ਜਦੋਂ ਬੇੜੀ ਡੁੱਬ ਕੇ ਮਰਨਾ ਤੋਂ ਆਦਾ ਇੱਥੇ ਘਰੇ ਹੀ ਮਰ ਜਾਈ ਤਾਂ ਉਹ ਚੰਗਾ ਹੈ। ਤੇ ਤੁਸੀਂ ਕਿਹਾ ਕਿ ਬਿਮਾਰ ਹੋ ਤੁਸੀਂ, ਤੇ ਪਿੰਡ ਦੇ ਵਿੱਚ ਸਿਹਤ ਸਹੂਲਤਾਂ ਨਹੀਂ ਹੈਗੀਆਂ, ਕੋਈ ਡਾਕਟਰ ਨਹੀਂ ਹੈਗਾ? ਕੋਈ ਡਾਕਟਰ ਨਹੀਂ, ਕੋਈ ਸਹੂਲਤਾਂ ਨਹੀਂ, ਕੁਛ ਨਹੀਂ। ਅਸੀਂ ਤਾਂ ਬਹੁਤ ਹੀ ਜ਼ਿਆਦਾ ਹੀ ਪਰੇਸ਼ਾਨ ਹੈ। ਇੱਕ ਤਾਰ ਹੈ ਸਾਡੀ ਬਾਰਡਰ ਤੇ ਲੰਘਦੀ ਏ, ਓੜ ਪਾਸ ਸਾਰੇ ਪਾਸੇ ਦਰਿਆ ਸਤਲੁਜ, ਸਾਨੂੰ ਇਹੀ ਰਾਸਤਾ ਲੱਗਦਾ ਹੈ। ਇਸ ਰਾਸਤੇ ਤੇ ਸਾਡੀ ਬੇੜੀ ਨਹੀਂ, ਅਸੀਂ ਮਾੜਾ ਤੋਂ ਮਾੜੇ ਇੱਥੇ ਬੈਠੇ ਆ, ਪਰ ਜਾਈਏ ਕਿਧਰ ਨੂੰ ਅਸੀਂ ਦੱਸ? ਜਦੋਂ ਸਾਡਾ ਕਿਤੇ ਰੋਟੀ ਦਾ ਮਸਲਾ ਹੀ ਨਹੀਂ। ਪੁਲ ਬਣਾਈ ਜਾਵੇ ਤੇ ਪੁਲ ਤੋਂ ਅਸੀਂ ਕਦੀ ਨਾ ਕਦੀ ਜਾ ਪਾਵਾਂਗੇ, ਚਲ ਬਿਮਾਰ ਸ਼ਮਾਰ ਤਾਂ ਲੰਘ ਪਾਵਾਂਗੇ, ਹੋਰ ਸਾਨੂੰ ਕੁਛ ਨਾ ਮਿਲੇ ਤਾਂ। ਤੇ ਜਦੋਂ ਕੋਈ ਜ਼ਿਆਦਾ ਬਿਮਾਰ ਹੋ ਜਾਂਦਾ ਹੈ, ਨਹੀਂ ਕਿਸੇ ਕੋ ਮੰਜੇ ਤੋਂ ਉੱਠਿਆ ਜਾਂਦਾ, ਫਿਰ ਉਹਨੂੰ ਕਿਵੇਂ ਆਰ ਪਾਰ ਲੈ ਕੇ ਜਾਂਦੇ? ਪੂਰੇ ਹੋ ਜਾਂਦੇ ਨੇ, ਕਿਸੇ ਲੈ ਇੱਥੇ ਹੀ ਮਰ ਜਾਂਦਾ ਹੈ। ਕਿਤੇ ਜਾਵੇ ਕਿਧਰ? ਇੱਥੇ ਕਈ ਦਿਨਾਂ ਨੂੰ ਕਈ ਵਾਕੇ ਹੋ ਗੁਜਰੇ, ਜਿਹੜਾ ਕੋਈ ਜਾਂਦਾ ਬੇੜੀ ਤਾਂ ਹੀ ਜਾਂਦੇ ਆ, ਪੂਰਾ ਹੋ ਜਾਂਦਾ, ਰੋ ਕਰ ਲਾ ਕੇ ਪਿੱਛੇ ਮੁੜ ਆਉਂਦੇ ਆ। ਤੇ ਗਰਭਵਤੀ ਔਰਤ ਦਾ ਫਿਰ ਕਿਵੇਂ ਕਰਦੇ ਹੋ? ਕਾਹਦੇ? ਗਰਭਵਤੀ ਔਰਤ ਦਾ ਕਿਵੇਂ ਕਰਦੇ ਹੋ? ਉਹ ਕਰਨੇ ਆ ਜਦੋਂ ਵਿਚਾਰੀ ਹੋਵੇ ਜੇ ਉਹਨੂੰ ਲੈ ਕੇ ਤੇ ਪਹਿਲਾਂ ਹੀ ਲੈ ਜਾਂਦੇ ਆ 2 ਦਿਨ 4 ਦਿਨ ਉੱਥੇ ਪਰੇਸ਼ਾਨਗੀ, ਕਿਸੇ ਦੇ ਘਰੇ ਜਾਂਦੇ ਆ ਉੱਥੇ ਰੱਖਣੇ ਆ ਬਈ ਚੱਲ ਇਸ ਤਰ੍ਹਾਂ ਪਰੇਸ਼ਾਨਗੀ ਕੀ ਕਰਾਂਗੇ ਇੱਥੇ ਉਹਦਾ। ਤੇ ਉੱਥੇ ਜਦੋਂ ਹੋਵੇ ਤੇ ਜਦੋਂ ਬੱਚਾ ਹੋਵੇ ਉੱਥੇ ਰੱਖਣਾ, ਕਿਸੇ ਦੇ ਘਰ ਰੱਖਣਾ, ਬਾਅਦ 'ਚ ਘਰੇ ਲਿਆਉਣਾ, ਤੇ ਇਸ ਤਰ੍ਹਾਂ ਪਰੇਸ਼ਾਨੀਆਂ ਸਾਨੂੰ। ਫਿਰ ਮਹੀਨਾ ਤਾਂ ਫਿਰ ਬਾਹਰ ਹੀ ਨਿਕਲ ਜਾਂਦਾ ਹੋਣਾ ਘਰ ਤੋਂ? ਬਾਹਰ ਤੋਂ ਕਈ ਮਹੀਨਾ ਜ਼ਿਆਦਾ ਹੀ ਨਿਕਲ ਜਾਂਦਾ ਵੀ, ਜਦੋਂ ਪਹਿਲਾਂ 10-15 ਦਿਨ ਪਹਿਲੂ ਲੈ ਕੇ ਜਾਂਦੇ ਆ, ਫਿਰ ਜਦੋਂ ਉੱਥੋਂ ਆਈਏ ਫਿਰ ਕਿਸੇ ਦੇ ਘਰ। ਅੱਜ ਕੱਲ੍ਹ ਜ਼ਮਾਨਾ ਜੇ ਕੋਈ ਘਰ ਰਹਿਣ ਵੀ ਨਹੀਂ ਦਿੰਦਾ, ਤੇ ਬਹੁਤ ਮਾੜੇ ਦੇਣੇ ਨੇ ਸਾਡੇ ਤੇ। ਜੇ ਪੁਲ ਹੋਵੇ ਤਾਂ ਅਸੀਂ ਉਸੇ ਦਿਨ ਲੈ ਕੇ ਜਾਈਏ ਤੇ ਬਾਹਰ ਵਾਪਸੀ ਹੋ ਕੇ ਤਾਂ ਘਰੇ ਆ ਜਾਈਏ। ਉਹ ਸਾਨੂੰ ਕਿਸੇ ਸਹੂਲਤ ਕੁਛ ਵੀ ਨਹੀਂ ਕੀਤਾ ਸਾਡਾ। ਅੱਛਾ, ਫਿਰ ਪਿੰਡ ਦੇ ਵਿੱਚ ਗੱਡੀ ਤਾਂ ਕੋਈ ਨਹੀਂ ਹੋਣੀ? ਕੋਈ ਗੱਡੀ ਨਹੀਂ, ਕੋਈ ਗੱਡੀ ਨਹੀਂ ਸਾਡੇ ਪਿੰਡ ਵਿੱਚ। ਪਲੱਛਾਂ ਆਈਆਂ ਨੇ ਸਾਡੀ ਪਿੰਡ ਦੀਆਂ, ਕਿਸੇ ਮੁੜ ਕੇ ਬਣਾਈਆਂ ਹੀ ਨਹੀਂ। ਫਲਸ਼ਾਂ ਤੁਸੀਂ ਟਾਇਲਟਸ ਦੀ ਗੱਲ ਕਰਦੇ ਹੋ, ਫਲਸ਼ਸ ਦੀ ਗੱਲ ਕਰਦੇ ਹੋ? ਹਾਂ, ਕੁਛ ਕਿਸੇ ਨੇ ਆਈਆਂ ਵਾਈਆਂ ਹੀ ਮੋੜ ਲਈਆਂ, ਕਿਸੇ ਨੇ ਪਾ ਕੇ ਦਿੱਤੀਆਂ ਬਈ ਆ ਪੈਸੇ ਫੜ ਲਾ ਤੁਸੀਂ ਪਾ ਲਓ। ਹਰ ਗੱਲ ਤੋਂ ਦੁਖੀ ਆਇਆ ਸੀ, ਹਰ ਗੱਲ ਤੋਂ। ਹਾਂ, ਜਿਹੜਾ ਨਰੇਗਾ ਦਾ ਕੰਮ ਚੱਲਦਾ ਸੀ ਪਹਿਲਾਂ ਸਾਦਾ, ਉਹ ਵੀ ਬੰਦ ਕਰ ਲਿਆ ਸਰਪੰਚਾਂ ਨੇ। ਉਹਨਾਂ ਨੇ ਕਿਉਂ ਬੰਦ ਕੀਤਾ? ਉਹਨਾਂ ਨੇ ਬੰਦ ਇਹ ਕੀਤਾ ਵੀ ਅੱਜ ਤੇ ਮੇਰੇ ਨਾਲ ਲੜ ਪਏ ਨੇ, ਉਹਨਾਂ ਨੇ ਕਹਦੀ ਪਾਰਟੀ ਦਾ ਆਪਾਂ ਬਣ ਕਰੀਏ ਹੀ ਨਾ ਇਹਨਾਂ ਦਾ ਕੁਛ। ਜਿਹੜੇ ਉਹਨਾਂ ਦੇ ਹੱਕ ਦੇ ਪਰ ਨੇੜੇ ਨੇੜੇ ਘਰ-ਬਾਰ ਜਿਹੜੇ ਉਹਨਾਂ ਦਾ ਕੰਮਕਾਰ ਕਰਦੇ ਨੇ ਸਰਪੰਚਾਂ ਦਾ, ਉਹਨਾਂ ਦੇ ਨਰੇਗਾ ਵਾਲੇ ਕਾਟ ਬਣਾ ਕੇ ਉਹਨਾਂ ਦੇ ਕੰਮ ਕਰਾ ਲੈਂਦੇ ਨੇ। ਅਸੀਂ ਵਰਗਾ ਤੋਂ ਉਹ ਜਦੋਂ ਆਪ ਦੀ ਦਿਹਾੜੀ ਕਰਕੇ ਖਾਂਦੇ ਆ ਤੇ ਫਿਰ ਇਹ ਕੰਮ ਕਿਸੇ ਦਾ ਕਿਸ ਤਰ੍ਹਾਂ ਕਰ ਸਕੇ ਜਦੋਂ ਦਾ ਪੇਟ ਹੀ ਨਹੀਂ ਭਰਿਆ ਜਾਂਦਾ ਦਿਹਾੜੀਆਂ ਤੇ। ਹਾਂ, ਤੇ ਬੱਚਿਆਂ ਦੇ ਸਕੂਲ ਦਾ ਫਿਰ ਕੀ ਹੈ? ਪੜ੍ਹਾਈ ਬੱਚੇ ਫਿਰ ਕਿਵੇਂ ਕਰਦੇ ਨੇ? ਸਕੂਲ ਹੈਗਾ ਪਿੰਡ ਦੇ ਵਿੱਚ? ਸਕੂਲ ਤਾਂ ਹੈਗਾ ਏ, ਬਣਾਇਆ ਕਿਸੇ ਪ੍ਰਾਈਵੇਟ ਨੇ ਪੁੰਨ ਕੀਤਾ ਸੀ, ਸਰਕਾਰ ਨੇ ਤਾਂ ਨਹੀਂ ਬਣਾਇਆ, ਕਿਸੇ ਨੇ ਪੁੰਨ ਕੀਤਾ ਸੀ ਬੱਚਿਆਂ ਦੀ ਬਈ ਬਹੁਤ ਬੱਚੇ ਖਰਾਬ ਹੋ ਰਹੇ ਨੇ ਪੜ੍ਹਾਈ ਦੇ ਵਿੱਚ। ਤੇ ਉਹ ਜਿਹੜੀ ਪਿੱਚਰ ਹੈ ਡਰਦੀ ਮਾਰੀ ਉਹ ਪਾਰ ਹੀ ਵੇਖ ਤੇ ਮੁੜ ਜਾਂਦੇ ਨੇ, ਬੇੜੀ ਨਹੀਂ ਚੜ੍ਹਦੇ। ਅੱਗੇ ਬੇੜੀ ਹੋਵੇ ਤਾਂ ਕੋਈ। ਉਹ ਸਕੂਲ ਨੂੰ ਤਾਲਾ ਲੱਗਾ ਪਿਆ ਹੈ, ਕੋਈ ਡਾਕਟਰ ਨਹੀਂ, ਕੋਈ ਪਿੱਚਰ ਨਹੀਂ, ਬੱਚਿਆਂ ਨੂੰ ਕੁਛ ਵੀ ਨਹੀਂ ਸਹੂਲਤ ਕੁਛ। ਅਸੀਂ ਤਾਂ ਇਤਨੇ ਪਰੇਸ਼ਾਨ ਆ ਨਾ, ਬਹੁਤ ਹੀ ਜ਼ਿਆਦਾ ਤੋਂ ਜ਼ਿਆਦਾ ਹੀ ਆਏ।
ਪਰ ਹੁਣ ਕੀਤਾ ਕੀ ਜਾਵੇ, ਸਾਡੀ ਤਾਂ ਜ਼ਿੰਦਗੀ ਇਸੇ ਤਰ੍ਹਾਂ ਹੀ, ਮੇਰੀ ਵੀ ਇੰਨੀ 50-60 ਸਾਲ ਉਮਰ ਹੈ, ਇਵੇਂ ਹੀ ਨਿਭ ਗਈ ਹੈ ਚੱਲਦਾ, ਕਦੀ ਬਿਮਾਰ, ਕਦੀ ਬੱਚੇ ਬਿਮਾਰ, ਕਦੀ ਕੋਈ ਇੱਥੇ ਹੀ ਮਰ ਖੱਪ ਜਾਂਦੇ ਹਾਂ ਅਸੀਂ ਤਾਂ। ਪਿੱਛੋਂ ਕਿਹੜੇ ਪਿੰਡ ਤੋਂ ਸੀਗੇ ਤੁਸੀਂ? ਪਿੱਛੋਂ ਤਾਂ ਅਸੀਂ ਬਹੁਤ ਦੂਰ ਸੇ, ਪੇਕੇ ਮੇਰੇ ਅਲਵਰ ਰਾਜਸਥਾਨ ਨੇ। ਤੇ ਫਿਰ ਪੇਕਿਆਂ ਦੇ ਵਿੱਚ ਆਉਣਾ ਜਾਣਾ ਆਮ ਹੁੰਦਾ ਹੈ ਜਾਂ ਫਿਰ? ਆਣਾ ਜਾਣਾ ਅਸੀਂ ਜਦੋਂ ਇੱਥੋਂ ਜਾਣਾ ਹੋਵੇ, ਗੱਡੀ ਚੜਨਾ ਹੋਵੇ ਤਾਂ ਪਹਿਲਾਂ ਇੱਕ ਦਿਨ ਸਵੇਰੇ ਤੋਂ ਜਾਵਾਂਗੇ, ਸ਼ਾਮ ਨੂੰ ਗੱਡੀ ਚੜਾਂਗੇ, ਸਾਰਾ ਦਿਨ ਉੱਥੇ ਬੈਠੇ ਰਵਾਂਗੇ ਪਲੇਟਫਾਰਮ ਤੇ। ਸਾਲ ਦੇ ਵਿੱਚ ਕਿੰਨੀ ਵਾਰ ਜਾਣ? ਸਾਲ ਦੇ ਵਿੱਚ ਜਦੋਂ ਕੋਈ ਸਾਧਨ ਹੀ ਨਹੀਂ, ਕੋਈ ਇੱਕ ਵਾਰ ਹੀ, ਅੱਛਾ। ਉਹ ਵੀ ਕੋਈ ਮਾੜੇ ਸੰਗੇ ਕੋਈ ਇਸ ਤਰ੍ਹਾਂ ਹੋ ਜਾਵੇ, ਨਹੀਂ ਤਾਂ ਇੱਥੇ ਹੀ ਬੈਠਿਆ ਕੋਈ ਰਾਸਤਾ ਹੋਵੇ ਤਾਂ ਕਿਸੇ ਤਰ੍ਹਾਂ ਚੱਲੀਏ ਬਈ ਤੋਰ ਕੇ ਚੱਲ। ਜਦੋਂ ਉੱਥੋਂ ਮੁੜਾਂਗੇ ਅੱਗੇ ਫੌਜੀ, ਉੱਥੋਂ ਮੁੜ ਕੇ ਆਵਾਂਗੇ ਰਾਤੀ 12-1 ਵਜੇ ਉੱਥੋਂ ਆਵਾਂਗੇ, 10-11 ਵਜੇ ਗੱਡੀ ਉਤਰਾਂਗੇ, ਫਿਰ ਅੱਗੇ ਕੋਈ ਮੋਟਰਸਾਈਕਲ ਤੇ ਫੋਨ ਸ਼ਾਮ ਦਾ ਲੰਘ ਕੇ ਜਾਵੇਗਾ ਉੱਥੇ ਬਈ ਉਹਨੂੰ ਲਿਆਵਾਂਗੇ, ਸਵਾਰੀ ਨੂੰ ਫੋਨ ਕਰਾਂਗੇ ਤੇ ਅੱਗੇ ਉਹ ਮਿੰਟ ਨਹੀਂ ਲੱਗਣ ਦਿੰਦੀ, ਸਾਰੀ ਰਾਤ ਉੱਥੇ ਹੀ ਸਵਾਂਗੇ ਖੰਮਾਂ ਤੇ ਮੱਛਰਾਂ ਦੇ ਵਿੱਚ। ਇਹਨਾਂ ਨੇ ਨਹੀਂ ਲੱਗਣ ਦੇਣਾ, ਮਿੰਟਰੀ ਨੇ ਕਹਿਣਾ ਤੁਸੀਂ ਕਿੱਥੋਂ ਆ ਗਏ, ਤੁਸੀਂ ਕਿਵੇਂ ਗਏ, ਤੁਸੀਂ ਕੀ ਗਏ। ਉਹਨਾਂ ਨੂੰ ਸਾਰਾ ਹੀ ਦੱਸੀਦਾ ਵੀ ਅਸੀਂ ਉੱਥੇ ਮਰਗ ਤੇ ਗਏ ਸੀ ਤੇ ਜ਼ਰੂਰ ਮਾੜੇ ਅਸੀਂ ਵਸਤ ਸਾਨੂੰ ਪੈ ਗਏ ਨੇ, ਅਸੀਂ 10-11 ਵਜੇ ਗੱਡੀ ਉਤਰੇ ਆ, ਤਾਂ ਵੀ ਕਹਿਣਗੇ ਨਹੀਂ 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 ਪਿੱਛੇ ਜਾਓ, ਸਰਪੰਚ ਮੈਂਬਰ ਲੈ ਆਓ, ਫਿਰ ਲਗਾਵਾਂਗੇ 10 ਰਾਤ ਕੋਈ ਸਰਪੰਚ ਮੈਂਬਰ ਆਂਦੇ ਜਿੱਤੇ ਲੰਘ ਕੇ ਆਏ। ਹਾਂ, ਜਿਹੜਾ ਪੱਕਾ ਰਾਸਤਾ ਸਾਡਾ ਆਉਂਦਾ ਸੀ ਉੱਥੇ ਸਰਪੰਚ ਨੇ ਆਪਦੀ ਥਾਂ ਪੈਲੀ ਬਣਾ ਲਈ, ਘਰ ਮਕਾਨ ਬਣਾ ਲਈ, ਅੱਗੇ ਰਾਸਤਾ ਬੰਦ ਕਰ ਲਿਆ, ਉਹ ਸਿੱਧੀ ਐਂ ਰਸਤਾ ਰੋਡ ਆਂਦਾ ਸੀ ਅੱਗੇ ਜਾਂਦਾ ਸਾਡੇ ਘਰਾਂ ਨੂੰ। ਉਹ ਸਰਪੰਚ ਸੀ, ਜਦ ਹੀ ਉਹਨੇ ਤਕੜਾ ਸੀ ਬੰਦਾ, ਜਦੋਂ ਹੀ ਉਹਨੇ ਸਰਪੰਚ ਮੈਂਬਰ ਬਣਨਾ ਸੀ ਉਹਨੇ ਆਪਦੇ ਜਾ ਕੇ ਤੇ ਬਹਿ ਗਏ ਤਕੜੇ, ਉਹ ਤੇ ਕਿਸੇ ਨੂੰ ਰਾਸਤਾ ਨਹੀਂ ਦਿੱਤਾ, ਕਿਸੇ ਨੂੰ ਰਾਹ ਗਲੀ ਨਹੀਂ ਦਿੱਤੀ, ਕਿਸੇ ਨੂੰ ਲੰਘਣ ਨਹੀਂ ਦਿੰਦਾ ਸੀ। ਉਹਨੇ ਹੁਣ ਅੱਗੇ ਸੜਕ ਤੇ ਅੱਗੇ ਜਾ ਕੇ ਉਹਨੇ ਆਦਾ ਗੇਟ ਲਾ ਲਿਆ, ਸਰਕਾਰੀ ਬੇੜਾ ਮਿਲਿਆ ਸੀ, ਪਰ 3-4 ਸਾਲ ਹੋ ਗਏ ਉਹ ਇੱਥੇ ਚੁੱਕਤੇ ਤੇ ਉਹ ਲੈ ਗਿਆ ਆਦੇ ਘਰਾਂ ਨੂੰ। ਜੇ ਵੈਸੇ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਪਰੇਸ਼ਾਨੀਆਂ ਤੇ ਇੱਥੇ ਬਹੁਤ ਨੇ, ਪਰ ਖਾਸ ਪਰੇਸ਼ਾਨੀਆਂ, ਸਭ ਤੋਂ ਵੱਡੀ ਪਰੇਸ਼ਾਨੀ ਤਾਂ ਰੋਡ ਦੀ ਹੈ। ਅਗਰ ਉਹੀ ਹੱਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਤਾਂ ਫਿਰ ਇਹਨਾਂ ਨੂੰ ਕੋਈ ਪਰੇਸ਼ਾਨੀ ਰਹਿੰਦੀ ਹੀ ਨਹੀਂ ਹੈ। ਤੇ ਹੁਣ ਜੇ ਆਪਾਂ ਗੱਲ ਕਰੀਏ ਤਾਂ ਹੁਣ ਨਾ ਤਾਂ ਇਹਨਾਂ ਕੋਲ ਸਿਹਤ ਸਹੂਲਤ ਹੈ, ਨਾ ਹੀ ਬੱਚਿਆਂ ਦੀ ਪੜ੍ਹਾਈ ਦੇ ਲਈ ਇੱਥੇ ਕੋਈ ਟੀਚਰ ਹੈ, ਕਿਉਂਕਿ ਸਕੂਲ ਇੱਥੇ ਹੈਗਾ ਪ੍ਰਾਇਮਰੀ ਸਕੂਲ ਹੈ, ਪਰ ਉਹਦੇ ਵਿੱਚ ਕੋਈ ਟੀਚਰ ਪੜ੍ਹਾਉਣ ਦੇ ਲਈ ਨਹੀਂ ਆਉਂਦਾ, ਕੋਈ ਅਧਿਆਪਕ ਨਹੀਂ ਆਉਂਦਾ, ਕਿਉਂਕਿ ਉਹਨਾਂ ਨੂੰ ਵੀ ਆਉਣ ਦੇ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੀ ਬੇੜੀ ਇੱਕ ਉੱਥੇ ਹੈਗੀ ਹੈ ਉਹ ਵੀ ਟੁੱਟੀ ਹੋਈ ਹੈ, ਉਹ ਉਸਦਾ ਟਾਈਮਿੰਗ ਨਹੀਂ ਹੈਗੀ ਉਸਦੀ ਕੋਈ ਵੀ ਇੰਨੇ ਵਜੇ ਉੱਧਰ ਜਾਵੇਗੀ, ਉਨੇ ਵਜੇ ਉੱਧਰੋਂ ਇੱਧਰ ਆਵੇਗੀ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੋਕ ਇੱਥੇ ਆਉਣ ਤੋਂ ਵੀ ਕਤਰਾਉਂਦੇ ਨੇ ਤੇ ਇਹੀ ਵਜ੍ਹਾ ਕਿ ਇੱਥੇ ਕੋਈ ਅਧਿਆਪਕ ਵੀ ਨਹੀਂ ਆਂਦਾ। ਤੇ ਹੁਣ ਆਪਾਂ ਇਸ ਪਿੰਡ ਦੇ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਕਿੰਨੀਆਂ ਕੁ ਹੋਰ ਮੁਸ਼ਕਿਲਾਂ ਉਹਨਾਂ ਤੋਂ ਆਉਂਦੀਆਂ ਪਈਆਂ ਨੇ। ਰਾਤ ਐਮਰਜੈਂਸੀ ਪੇਸ਼ੈਂਟ ਸੀਗਾ, ਡਿਲੀਵਰੀ ਕੇਸ ਸੀਗਾ, ਤੇ ਉਹ ਮੇਰੇ ਵੱਲ ਆਇਆ, ਜਿੰਦੀ ਵਾਈਫ ਹੈਗੀ ਆ, ਉਹਦੇ ਵੀ ਵਿਚਾਰੇ ਦਾ ਲੱਤ ਟੁੱਟੀ, ਬੜੀ ਮੁਸ਼ਕਲ ਆਇਆ ਚੱਲ ਕੇ ਕਿ ਮੇਰੇ ਘਰ ਦੇ ਜੀ ਮਰ ਜਾਣਗੇ, ਤੜਫ ਰਿਹਾ ਸੀ ਬਹੁਤ। ਤੇ ਫਿਰ ਮੈਂ ਇੰਜੈਕਸ਼ਨ ਲਾਏ 2, ਇੱਕ ਸੁਪਰ ਸਪਾਸ ਲਾਇਆ ਜੀ ਕਿ ਉਹਨੂੰ ਰੈਸਟ ਮਿਲ ਜੇ, ਕੈਸੀਲੋਕ ਲਾਇਆ, ਘਬਰਾਹਟ ਹੋ ਰਹੀ ਸੀ ਉਹਨਾਂ ਨੂੰ। ਤੇ ਫੋਨ ਲਾਇਆ ਸੀਗਾ 108 ਨੰਬਰ ਤੇ, ਹੈਲਪਲਾਈਨ ਨੰਬਰ। ਕਹਿੰਦੇ ਸਾਨੂੰ ਕਾਲੂਵਾਲ ਦਾ ਪਿੰਡ ਦਾ ਪਤਾ ਹੀ ਨਹੀਂ, ਅਸੀਂ ਕਿਵੇਂ ਇੱਥੇ ਪਹੁੰਚੀਏ। ਮੈਂ ਕਿਹਾ ਵੀਰੇ ਅਸੀਂ ਅੱਗੋਂ ਆ ਜਾਂਦੇ ਹਾਂ, ਦੁਲਚੀ ਦਾ ਤੁਹਾਨੂੰ ਪਤਾ ਹੈਗਾ ਡਿਲੀਵਰੀ ਕੇਸ ਹੈ। ਤੇ ਫਿਰ ਮਤਲਬ 5-10 ਮਿੰਟ ਤੱਕ ਉਹਨਾਂ ਨੂੰ ਮਤਲਬ ਫਰਕ ਪੈ ਤਾਂ ਗਿਆ ਫਰਕ। ਤੇ ਦੂਜੇ ਦਿਨ ਮਤਲਬ ਸਵੇਰ ਜਦੋਂ ਲੈ ਕੇ ਗਿਆ ਤੇ ਮਾਂ ਨੂੰ ਤਾਂ ਖਤਰਾ ਹੈਗਾ ਹੀ ਸੀਗਾ, ਬੱਚੀ ਮਰ ਗਈ ਵਿੱਚੇ ਪੇਟ ਦੇ। ਕਿੱਡੀ ਸ਼ਰਮ ਵਾਲੀ ਗੱਲ ਹੈ, 135 ਕਰੋੜ ਹਿੰਦੁਸਤਾਨ ਦੀ ਆਬਾਦੀ ਹੈ ਆਪਣੇ। ਤੇ ਫਿਰ ਜਿਹੜੇ ਬੱਚੀ ਦੇ ਮਾਂ ਸੀ ਹਾਂਜੀ, ਉਹ ਬਚ ਗਏ ਜਾਂ? ਹਾਂਜੀ ਹਾਂਜੀ, ਬੜੀ ਮੁਸ਼ਕਲ ਬਚਿਆ ਜੀ। ਹਾਂਜੀ ਹਾਂਜੀ, ਪਰ ਬੱਚੀ ਦੀ ਡੈਥ ਹੋ ਗਈ। ਹਾਂਜੀ ਹਾਂਜੀ। ਤੇ ਉਦੋਂ ਜਿਵੇਂ ਤੁਸੀਂ ਕਹਿੰਦੇ ਤੁਸੀਂ ਡਾਕਟਰਸ ਦੇ ਨਾਲ 6 ਸਾਲ ਲਗਾਏ ਨੇ, ਤੇ ਇੱਥੇ ਕੋਈ ਡਾਕਟਰ ਆਉਂਦਾ ਹੈ? ਨਹੀਂ ਜੀ, ਇੱਥੇ ਕੋਈ ਕਿਵੇਂ ਆਵੇ, ਨਾ ਇੱਥੇ ਬੇੜਾ ਹੈਗਾ ਨਾ ਬੇੜੀ ਹੈਗੀ, ਉਹ ਟੁੱਟੀ ਹੋਈ ਹੈ। ਤੇ ਫਿਰ ਜੋ ਤੁਸੀਂ ਡਾਕਟਰਸ ਨਾਲ 6 ਸਾਲ ਲਗਾਏ ਤਾਂ ਫਿਰ ਤੁਸੀਂ ਉਦੋਂ ਕਿਤੇ ਹੋਰ ਰਹਿੰਦੇ ਹੋਣੇ ਹੋ? ਨਹੀਂ ਜੀ, ਇੱਥੇ ਰਹੀਦਾ ਆਪਾਂ। ਨਹੀਂ ਕਿ ਜਾਂਦੇ ਹੁੰਦੇ ਸੀ? ਹਾਂਜੀ ਹਾਂਜੀ, ਜਾਂਦੇ ਸੀਗੇ ਕਿ ਮਤਲਬ ਮਾਂ ਪਿਓ ਨੇ ਪੜਾਇਆ, ਮੈਂ ਔਖਾ ਸੌਖਾ ਗਰੀਬ ਬੰਦੇ ਆ, ਠੀਕ ਹੈ ਜੀ। ਤੇ ਮਤਲਬ ਕਹਿਣ ਦਾ ਕਿਸ਼ਤੀ ਤੇ ਜਾਂਦੇ ਸੀਗੇ, ਸਾਈਕਲ ਟੁੱਟੀ ਚੱਕੀ ਹੋਣੀ ਚੱਲ ਵੀ। ਤੇ ਹੁਣ
ਹੁਣ ਜਦੋਂ ਫਿਰ ਪਿੰਡ 'ਚ ਕੋਈ ਬਿਮਾਰ ਹੋ ਜਾਂਦਾ ਹੋਣਾ ਹੈ, ਬੁਖਾਰ ਵਗੈਰਾ ਹੁੰਦਾ ਹੋਣਾ, ਫਿਰ ਬੁਖਾਰ ਨੂੰ ਲੈ ਕੇ ਤਾਂ ਲੋਕ ਫਿਰ ਬਾਹਰ ਨਹੀਂ ਜਾਂਦੇ ਹੋਣੇ। ਹਾਂਜੀ ਹਾਂਜੀ। ਪਿੰਡ ਦੇ ਨੰਬਰਦਾਰ ਬਚਨ ਸਿੰਘ ਇੱਥੇ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਮੀਰ ਜੀ, ਪਿੰਡ ਦੇ ਵਿੱਚ ਜਿਵੇਂ ਕਿ ਬਾਕੀਆਂ ਨੇ ਵੀ ਦੱਸਿਆ, ਸਿਹਤ ਸਹੂਲਤਾਂ ਨਹੀਂ ਹੈਗੀਆਂ, ਪੜ੍ਹਾਈ ਨੂੰ ਲੈ ਕੇ ਦਿੱਕਤਾਂ ਆਉਂਦੀਆਂ ਨੇ, ਆਵਾਜਾਈ ਦੀ ਕੋਈ ਸਹੂਲਤ ਨਹੀਂ ਹੈਗੀ, ਤੇ ਫਿਰ ਸਿਹਤ ਸਹੂਲਤਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਹ ਸਿਰਫ ਫਿਰ ਇਨਸਾਨਾਂ ਦੀਆਂ ਨਹੀਂ, ਇੱਥੇ ਜਿਹੜੇ ਪਸ਼ੂ ਪਾਲਦੇ ਪਏ ਨੇ ਉਹਨਾਂ ਦੀ ਵੀ ਆਉਂਦੀ ਹੈ। ਅੱਜ ਕੱਲ੍ਹ ਬੜੀ ਇੱਕ ਬਿਮਾਰੀ ਵੀ ਪਸ਼ੂਆਂ ਨੂੰ ਲੈ ਕੇ ਫੈਲੀ ਪਈ ਹੈ, ਤੇ ਫਿਰ ਇੱਥੇ ਕੀ ਹਾਲਾਤ ਨੇ ਪਿੰਡ? ਇੱਥੇ ਜੀ ਵੇਖੋ, ਮੇਰੇ ਖਿਆਲ ਪਸ਼ੂਆਂ ਦੀ ਬਿਮਾਰੀ ਚੱਲੀ ਹੋਈ ਆ, ਆਪਾਂ ਨੂੰ ਸਾਰੇ ਪੰਜਾਬ 'ਚ ਹੀ ਪਤਾ ਹੈ। ਤੇ ਇੱਥੇ ਡਾਕਟਰ ਤਾਂ ਪਹੁੰਚ ਸਕਦਾ ਨਹੀਂ ਕਿਸੇ ਤਰੀਕੇ ਕੋਲ, ਰਸਤੇ ਬੇੜੀ ਵੀ ਮਾੜੀ, ਸਾਡੇ ਹਾਲਾਤ ਮਾੜੀ ਹੈ। ਮੇਰੇ ਖਿਆਲ 'ਚ ਜੇ ਜੂਨ ਮਈ 'ਚ ਇਹਦਾ ਸੰਪਰਕ ਟੁੱਟ ਜਾਂਦਾ ਸਾਡਾ ਕਾਲੂਵਾੜਾ ਸ਼ਹਿਰ ਦਾ, ਕੋਈ ਸੰਪਰਕ ਨਹੀਂ ਰਹਿ ਜਾਂਦਾ, ਕਿਸੇ ਆਟਾ ਦਾਲ ਰਾਸ਼ਨ ਲਿਆਉਣ ਵਾਸਤੇ ਹਰ ਗੱਲ ਦਿੱਕਤ ਆਉਂਦੀ ਰਹਿੰਦੀ ਹੈ, ਕਿਉਂ ਇਸ ਟਾਈਮ ਸਾਡੇ ਕੋਲ ਮਿਲਾ ਵੀ ਨਹੀਂ ਹੈਗਾ ਬੇੜੀ ਤੇ ਕੋਈ ਪਰਿਵਾਰ ਪਰ ਨਹੀਂ। ਪਹਿਲਾਂ ਸ਼ੁਰੂ ਤੋਂ ਆਪਾਂ ਡੰਗਰਾਂ ਸ਼ੁਰੂ ਹੋਏ ਸੀ, ਗਾਇਆਂ ਨੂੰ ਵੀ ਜਿਵੇਂ ਇਹਨਾਂ ਬਹੁਤ ਬਿਮਾਰੀ ਚੱਲ ਰਹੀ ਹੈ, ਇਹਨਾਂ ਨੂੰ ਧਰਫੜ ਹੋ ਰਹੇ ਨੇ, ਧਰਫੜਾਂ ਦੀ ਗਾਵਾਂ ਬਹੁਤ ਮਰੀਆਂ ਨੇ ਘਰਾਂ 'ਚ ਵੀ, ਮੇਰੇ ਖਿਆਲ 'ਚ ਇੱਥੇ ਵੀ ਡੰਗਰ ਬਹੁਤ ਹੋ ਗਏ ਨੇ। ਬਾਕੀ ਡਾਕਟਰਾਂ ਨੂੰ ਦਵਾਈ ਨਹੀਂ ਮਿਲੀ। ਬਾਕੀ ਇੱਥੇ ਹੋਰ ਵੀ ਪ੍ਰੋਬਲਮ ਗਈਆਂ ਨੇ, ਇਹਨਾਂ ਲੋਕ ਬੈਠੇ ਨੇ ਜਿਹੜੇ ਨਾ, ਪਾਣੀ ਇਹਨੂੰ ਕਸੂਰ ਨਾਲੇ ਦਾ ਆਉਂਦਾ ਗੰਦਾ, ਪਾਣੀ ਪੀਣ ਨੂੰ ਮਾੜਾ ਹੈ, ਇੱਥੇ ਪਾਣੀ ਪੀਣ ਨੂੰ ਚੰਗਾ ਨਹੀਂ। ਸਾਰੇ ਲੋਕ 25 ਫੁੱਟ ਦਾ ਪਾਣੀ ਪੀ ਰਹੇ ਨੇ, ਦਰਿਆ ਦਾ ਵੀ ਪਾਣੀ ਗੰਦਾ ਹੈ, ਪਾਣੀ ਪੀਣ ਨੂੰ ਹੈ ਨਹੀਂ ਬਹੁਤ ਪੀਣ ਦੀ, ਪਰ ਉਹਨਾਂ ਕੋਲ ਪਾਣੀ ਪੀਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਪਿੰਡ 'ਚ। ਪਾਣੀ ਜਿਹੜਾ ਸਾਫ਼ ਨਹੀਂ ਆਉਂਦਾ ਇੱਥੇ, ਪੀਣ ਵਾਲਾ ਵੀ ਸਾਫ਼ ਨਹੀਂ ਹੈ। ਪਾਣੀ ਹੈ ਨਹੀਂ, ਪਾਣੀ 'ਚ 25 ਫੁੱਟ ਤੇ ਬੋਰੇ ਨਲਕਾ ਹੋ ਕੇ ਕਹਿੰਦਾ ਇੰਨਾ ਪੈਸਾ ਨਹੀਂ ਕਿਸੇ ਕੋਈ ਡੂੰਘਾ ਪਾਣੀ ਕਰਾ ਲੈ, ਇੰਨਾ ਪਾਣੀ ਕੱਚਾ ਪਾਣੀ, ਬਿਮਾਰੀ ਹੈ, ਬੱਚਿਆਂ ਨੂੰ ਕਈ ਲੱਗ ਜਾਂਦੀ, ਕਿਸੇ ਨੂੰ ਖਰਸ ਹੋ ਜਾਂਦੀ, ਕਿਸੇ ਨੂੰ ਹੋਰ ਕੁਛ ਹੋਰ ਮਰ ਜਾਂਦੀ, ਬਹੁਤ ਦਿੱਕਤ ਵੀ ਇੱਥੇ ਮੈਡੀਸਨ ਹੈ ਹੀ ਨਹੀਂ, ਤੇ ਕੋਈ ਜਾਂ ਕੋਈ ਸਰਕਾਰੀ ਮੈਡੀਸਨ ਹੋਵੇ ਉਹ ਵੀ ਕੋਈ ਦਿੱਕਤ ਨਹੀਂ, ਇੱਥੇ ਬਹੁਤ ਹੈਗੀ ਹੈ, ਪਰ ਪਰੇਸ਼ਾਨੀ ਰਹਿੰਦੀ ਹੈ। ਨਾ ਤਾਂ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਹੈ, ਨਾ ਹੀ ਪਿੰਡ ਦੇ ਵਿੱਚ ਕੋਈ ਇੱਥੇ ਤੁਹਾਨੂੰ ਮੈਡੀਕਲ ਸਟੋਰ ਲੱਭਣਾ ਹੈ, ਨਾ ਹੀ ਇੱਥੇ ਤੁਹਾਨੂੰ ਕੋਈ ਡਾਕਟਰ ਲੱਭਣਾ ਹੈ, ਨਾ ਹੀ ਕੋਈ ਅਧਿਆਪਕ ਲੱਭਣਾ ਹੈ, ਨਾ ਹੀ ਪਿੰਡ ਦੇ ਵਿੱਚ ਕੋਈ ਆਵਾਜਾਈ ਦਾ ਸਾਧਨ ਹੈ, ਤੇ ਨਾ ਹੀ ਇੱਥੇ ਹੋਰ ਸਹੂਲਤਾਂ ਹੈਗੀਆਂ ਨੇ। ਅਗਰ ਇਸ ਪਿੰਡ ਵਿੱਚ ਕੋਈ ਉਹ ਹੈਗਾ ਤਾਂ ਉਹ ਹੈਗੀਆਂ ਨੇ ਅਸਹੂਲਤਾਂ, ਤੇ ਨਾਲ ਹੀ ਇਸ ਪਿੰਡ ਦੇ ਵਿੱਚ ਬਿਮਾਰੀਆਂ ਬੜੀਆਂ ਫੈਲਦੀਆਂ ਪਈਆਂ ਨੇ, ਜੋ ਕਿ ਸਾਫ਼ ਪਾਣੀ ਨਾ ਹੋਣ ਕਾਰਨ ਫੈਲਦੀਆਂ ਪਈਆਂ ਨੇ। ਬੱਚਿਆਂ ਦੇ ਵਿੱਚ ਜਿਹੜੀ ਹੈ ਅਨਪੜ੍ਹਤਾ ਫੈਲਦੀ ਪਈ ਹੈ, ਕਿਉਂਕਿ ਇੱਥੋਂ ਦੇ ਜਿਹੜੇ ਬੱਚੇ ਨੇ ਟੀਚਰ ਆਉਂਦੇ ਨਹੀਂ ਹੈਗੇ, ਚੰਗੀ ਤਰ੍ਹਾਂ ਪੜ੍ਹ ਲਿਖ ਨਹੀਂ ਸਕਦੇ। ਜੇਕਰ ਜਿਹੜੇ ਬੱਚੇ ਇੱਥੋਂ ਬਾਹਰ ਪੜ੍ਹਨ ਜਾਂਦੇ ਨੇ ਤਾਂ ਉਹਨਾਂ ਨੂੰ ਮੁਸ਼ਕਿਲਾਂ ਦਾ, ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਪਿੰਡ ਜਿਹੜਾ ਬਾਰਡਰ ਦੇ ਉੱਪਰ ਪੈ ਜਾਂਦਾ ਹੈ, ਤੇ ਜਦੋਂ ਪਿੰਡ ਬਾਰਡਰ ਦੇ ਉੱਪਰ ਪੈਂਦਾ ਤਾਂ ਉੱਥੇ ਫਿਰ ਸੁਰੱਖਿਆ ਨੂੰ ਲੈ ਕੇ ਵੀ ਜਿਹੜੇ ਪੁਆਇੰਟ ਨੇ ਉਹ ਖੜੇ ਹੁੰਦੇ ਨੇ, ਤਾਂ ਮਿਲਟਰੀ ਨੂੰ ਵੀ ਸੁਰੱਖਿਆ ਦਾ ਦੇਖਣਾ ਪੈਂਦਾ ਹੈ। 6-7 ਵਜੇ ਤੋਂ ਬਾਅਦ ਪਿੰਡ ਦੇ ਵਿੱਚ ਕੋਈ ਐਂਟਰ ਨਹੀਂ ਹੋ ਸਕਦਾ, ਤੇ ਇਸੇ ਕਰਕੇ ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਜਿਹੜਾ ਉਹ ਰਸਤਾ ਜਿਹੜਾ ਕਿ ਪਿੰਡ ਦੇ ਸਰਪੰਚ ਦੇ ਵੱਲੋਂ ਜਿੱਥੇ ਕਬਜ਼ਾ ਕੀਤਾ ਗਿਆ, ਉਸ ਰਸਤੇ ਨੂੰ ਛੁਡਵਾ ਕੇ ਉਹ ਰਸਤਾ ਪਿੰਡ ਵਾਲਿਆਂ ਦੇ ਲਈ ਖੁਲਵਾਇਆ ਜਾਵੇ, ਤਾਂ ਜੋ ਇਹਨਾਂ ਸਾਰਿਆਂ ਨੂੰ ਆਉਣ ਜਾਣ ਦੀ ਸੁਵਿਧਾ ਮਿਲੇ। ਜਾਂ ਫਿਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਇੱਥੇ ਦਰਿਆ ਹੈ, ਸਤਲੁਜ ਦਰਿਆ, ਉੱਥੇ ਪੁਲ ਬਣਵਾਇਆ ਜਾਵੇ, ਤਾਂ ਜੋ ਇਹਨਾਂ ਨੂੰ ਇਹ ਸਾਰੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਹ ਲੋਕ ਅਜਿਹੀ ਜ਼ਿੰਦਗੀ ਜੀਣ ਲਈ ਮਜਬੂਰ ਹੋ ਚੁੱਕੇ ਨੇ, ਜੋ ਕਿ ਸ਼ਾਇਦ ਇੱਦਾਂ ਦੀ ਜ਼ਿੰਦਗੀ ਆਜ਼ਾਦੀ ਤੋਂ ਪਹਿਲਾਂ ਵੀ ਲੋਕਾਂ ਦੀ ਨਹੀਂ ਸੀ ਹੁੰਦੀ। ਪਿੰਡ ਨੂੰ ਪਈਆਂ ਲੱਗਦੀਆਂ ਹੁੰਦੀਆਂ ਸੀ, ਪਿੰਡ ਨੂੰ ਛੋਟੀਆਂ ਮੋਟੀ ਸੜਕਾਂ, ਰਸਤੇ ਤਾਂ ਲੱਗਦੇ ਹੀ ਹੁੰਦੇ ਸੀਗੇ, ਪਰ ਇਹ ਲੋਕ ਇੱਥੇ ਆਜ਼ਾਦ ਭਾਰਤ ਦੇ ਵਿੱਚ, ਆਜ਼ਾਦ ਪੰਜਾਬ ਦੇ ਵਿੱਚ ਵੀ ਇੱਕ ਛੋਟੇ ਜਿਹੇ ਖੇਤਰ ਦੇ ਵਿੱਚ ਗੁਲਾਮ ਬਣ ਕੇ ਰਹਿ ਚੁੱਕੇ ਨੇ, ਇੱਕ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਪਏ ਨੇ। ਜਿਵੇਂ ਹੁਣ ਆ ਟਰੈਕਟਰ ਮੈਂ ਦੇਖ ਰਹੀ ਸੀਗੀ, ਤੇ ਪਿੰਡ ਨੂੰ ਰੋਡ ਤਾਂ ਕੋਈ ਆਉਂਦਾ ਨਹੀਂ ਹੈਗਾ, ਹਨਾ, ਇੱਕ ਛੋਟੀ ਜਿਹੀ ਬੇੜੀ ਹੈ ਉਹ ਵੀ ਟੁੱਟੀ ਹੋਈ ਹੈ, ਤੇ ਫਿਰ ਇਹ ਟਰੈਕਟਰ ਤੁਸੀਂ ਪਿੰਡ ਵਿੱਚ ਕਿਵੇਂ ਲੈ ਆਂਦਾ? ਟਰੈਕਟਰ ਜੀ ਸਾਨੂੰ ਬੇੜਾ ਇੱਕ ਪਿਛਲੀ ਸਰਕਾਰ ਕਾਂਗਰਸ ਤੋਂ ਮਿਲਿਆ ਸੀਗਾ, ਜਿਹੜਾ ਪਿੰਡ ਨੂੰ ਉਹ ਬੇੜਾ ਇੱਥੇ ਸਾਹਮਣੇ ਸਾਡੇ ਜਿੱਥੋਂ ਆਪਾਂ ਲੰਘ ਕੇ ਆਏ ਹਾਂ ਇੱਥੇ ਆਇਆ ਸੀਗਾ, ਉੱਥੋਂ ਅਸੀਂ ਆਦਾ ਸਾਧਨ ਲਗਾਉਂਦੇ ਟਪਾਉਂਦੇ ਰਹੇ ਹਾਂ। ਹੁਣ ਸਰਪੰਚ ਨੇ ਆਦਾ ਬੇੜਾ ਜਿਹੜਾ ਮਿਲਿਆ ਸੀਗਾ ਉਹ ਕਾਂਗਰਸ ਵੱਲੋਂ, ਉਹ ਉੱਥੇ ਜਾ ਕੇ ਆਦੇ ਏਰੀਏ 'ਚ ਲੈ ਗਿਆ। ਅੱਛਾ, ਹਾਂਜੀ ਹਾਂਜੀ। ਤੇ ਫਿਰ ਪਿੰਡ ਦੇ ਲੋਕ ਰਲ ਕੇ ਕਹਿੰਦੇ ਨਹੀਂ ਹੈਗੇ ਸਰਪੰਚ ਨੂੰ ਵੀ ਸਾਨੂੰ ਜ਼ਰੂਰਤ ਹੈ, ਸਾਡਾ ਲੰਘਣਾ ਔਖਾ, ਹਨਾ? ਹਾਂਜੀ ਹਾਂਜੀ, ਕਹਿੰਦੇ ਆ ਜੀ, ਸਾਰੇ ਬੰਦੇ ਜੁੜ ਕੇ ਕਿਹਾ ਵੀ ਤੇਰਾ ਇਕੱਲੇ ਘਰ ਦਾ ਕੰਮ ਨਹੀਂ ਹੈਗਾ, ਸਾਰੇ ਪਿੰਡ ਦਾ, ਇੱਥੇ ਤੂੰ ਬੇੜਾ ਸਰਕਾਰੀ ਰਾਹ 'ਤੇ ਰੱਖ, ਜਿੱਥੇ ਤੂੰ ਅਸੀਂ ਵੀ ਲਗਾਣੀ ਕੋਈ ਚੀਜ਼ ਵਾਸਤੇ ਲਗਾਉਣਾ ਹੁੰਦਾ ਤੂੰ ਵੀ ਲਗਾ ਲਿਆ ਕਰ। ਉਹ ਸਾਰਾ ਇੱਥੋਂ ਜਦੋਂ ਕੋਈ ਮੀਡੀਆ ਖਬਰ ਵਾਲਾ ਆਉਂਦਾ ਜਾਂ ਕੋਈ ਅਫਸਰ ਮੁਲਾਜ਼ਮ ਆਉਂਦਾ ਨਾ, ਉਦੋਂ 2 ਦਿਨ ਵਾਸਤੇ ਇੱਥੇ ਬੇੜਾ ਲੈ ਆਉਂਦਾ, ਤੇ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਹੁਣ ਅਫਸਰ ਚਲੇ ਗਏ ਨੇ, ਫਿਰ ਬੇੜਾ ਆਦਾ ਉੱਥੇ ਆਦੇ ਅੱਡੇ 'ਤੇ ਲੈ ਜਾਂਦਾ। ਸਰਪੰਚ ਦਾ ਨਾਮ ਕੀ ਹੈ? ਰਬਨ ਸਿੰਘ। ਤੇ
ਤੇ ਸਰਪੰਚ ਨੇ ਫਿਰ ਜਦੋਂ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਤਾਂ ਅੱਗੋਂ ਉਹਨਾਂ ਦਾ ਜਵਾਬ ਕੀ ਹੁੰਦਾ? ਜਵਾਬ ਇਹੋ ਹੀ ਹੈ ਜੀ ਬਸ ਧੱਕਾ ਹੀ ਹੈ। ਉਹ ਆਂਦਾ ਸਾਨੂੰ ਬੇੜਾ ਕਾਂਗਰਸ ਵੱਲੋਂ ਮਿਲਿਆ, ਸਾਡੀ ਸਰਕਾਰ ਵੱਲੋਂ ਮਿਲਿਆ ਹੈ ਤੇ ਬੇੜਾ ਮੇਰੇ ਕੋਲ ਹੈਗਾ ਹੈ। ਇੱਕ ਰਾਹ ਜਿਹੜਾ ਸਰਕਾਰੀ ਹੈ, ਜਿਹੜਾ ਸਾਡੇ ਪਿੰਡ ਨੂੰ ਮੇਨ ਰਾਹ ਲੱਗਦਾ, ਜਿਹੜਾ ਉੱਥੋਂ ਦੇ ਘਰਾਂ ਤੋਂ ਸਿੱਧਾ ਨਿਕਲਦਾ ਹੈ, ਉਹ ਉਹਨੇ ਕਵਰ ਕੀਤਾ ਹੈ। ਉਹਦੇ ਕਰਕੇ ਅਸੀਂ ਆਰਮੀ ਦੇ ਇਲਾਕੇ ਦੇ ਵਿੱਚ ਸਾਨੂੰ ਲੰਘਣਾ ਪੈਂਦਾ, ਬਹੁਤ ਮੁਸ਼ਕਲਾਂ ਇਹਨਾਂ ਦੀਆਂ ਆਉਂਦੀਆਂ ਨੇ ਸਾਨੂੰ ਆਰਮੀ ਵੱਲੋਂ ਵੀ। ਹਾਂਜੀ ਆਈ ਹਨ ਵੀ ਸਾਨੂੰ ਉਹ ਰਾਹ ਸਰਕਾਰੀ ਉਹ ਛਡਾ ਕੇ ਦਿੱਤਾ ਜਾਵੇ ਤੇ ਉੱਥੇ ਸਾਡੀ ਬੇੜੀ ਚਲੀ ਜਾਵੇ, ਉਹ ਤੋਂ ਸਿੱਧਾ ਦਾ ਲੰਘ ਟੱਪ ਸਾਡਾ ਬਣ ਜਾਵੇ। ਪਿੰਡ ਦੇ ਵਿੱਚ ਇਦਾਂ ਦੇ ਕਿੰਨੇ ਕੁ ਬੱਚੇ ਨੇ ਜਿਹੜੇ ਪੜ੍ਹਾਈ ਯੋਗ ਨੇ? ਇਹ 100 ਦੇ ਕਰੀਬ ਹੈਗੇ ਬੱਚੇ ਜੀ। ਤੇ ਫਿਰ ਉਹਨਾਂ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਿਵੇਂ ਹੁੰਦਾ? ਪੜ੍ਹਾਈ ਤਾਂ ਐਵੇਂ ਜੀ, ਹੁਣ ਟੀਚਰ 5ਵੀਂ ਤੱਕ ਸਕੂਲ ਤਾਂ ਸਾਨੂੰ ਬਣ ਗਿਆ, ਬਣਾ ਤੇ ਗਿਆ, ਪਤਾ ਨਹੀਂ ਹੁਣ ਕਿਹਨੇ ਮਿਹਰ ਕੀਤੀ ਆ ਸਰਕਾਰ ਵੱਲੋਂ। ਤੇ ਇਹ ਉਹ ਹੁਣ ਟੀਚਰ ਜਿਹੜੇ ਹੈਗੇ ਆ, ਉਹ ਟੀਚਰ ਬੇੜੀ ਲੰਘਣ ਤੋਂ ਇਨਕਾਰ ਕਰਦੇ ਨੇ, ਕਈ ਵਾਰ ਆਉਂਦੇ ਨੇ, ਕੇਰ ਨਹੀਂ ਆਉਂਦੇ। ਪੱਕਾ ਕੋਈ ਟੀਚਰ ਨਹੀਂ ਹੈਗਾ। 10 ਦਿਨ ਟੀਚਰ ਕੋਈ ਹੋਰ ਆ ਜਾਂਦਾ, 10 ਦਿਨ ਟੀਚਰ ਹੋਰ ਆ ਜਾਂਦਾ। ਅਸੀਂ ਕਹਿੰਦੇ ਆ ਵੀ ਸਾਨੂੰ ਕੋਈ 2 ਟੀਚਰ ਪੱਕੇ ਦਿੱਤੇ ਜਾਣ, ਜਿਹੜੇ ਸਾਡੇ ਬੱਚਿਆਂ ਦੀ ਪੜ੍ਹਾਈ ਕਰ ਸਕਣ ਇੱਥੇ ਬੈਠ। ਤੇ ਇਹ ਜਿਹੜੀਆਂ ਮੁਸ਼ਕਲਾਂ ਤੁਹਾਨੂੰ ਆ ਰਹੀਆਂ, ਭਾਵੇਂ ਉਹ ਸਿਹਤ ਸੰਬੰਧੀ ਨੇ, ਭਾਵੇਂ ਪੜ੍ਹਾਈ ਨੂੰ ਲੈ ਕੇ ਬੱਚਿਆਂ ਦੀ ਨੂੰ, ਇਹ ਸਾਰੇ ਕੁਝ ਤੁਸੀਂ ਲਿਖਤੀ ਸ਼ਿਕਾਇਤ ਕੋਈ ਕਿਸੇ ਨੂੰ ਨਹੀਂ ਦਿੱਤੀ ਇਸ ਸੰਬੰਧੀ? ਕਰਦੇ ਆ ਜੀ। ਅਸੀਂ ਤਾਂ ਹੁਣ ਗਏ ਸੀ ਆਮ ਪਾਰਟੀ ਪੁੱਲਰ ਕੋਲ, ਕੁਲਦੀਪ ਪੁੱਲਰ ਕੋਲ ਗਏ ਸੀ। ਉਹਨੇ ਕਿਹਾ ਸੀਗਾ ਪਿੰਡ ਤੋਂ ਆਪਣੇ ਮਤਾ ਪਾ ਕੇ ਲਿਓ ਤੇ ਅਸੀਂ ਡੀਓ ਜੀ ਨੂੰ ਗੱਲ ਕਰਦੇ ਆ ਤੇ ਅਸੀਂ ਤੁਹਾਨੂੰ ਟੀਚਰਾਂ ਦੀ ਮੰਗ ਕਰਕੇ ਤੁਹਾਨੂੰ ਟੀਚਰ ਲਵਾਵਾਂਗੇ। ਤੇ ਕਿੰਨਾ ਟਾਈਮ ਹੋ ਗਿਆ ਇਸ ਗੱਲ ਹੋਈ ਨੂੰ? ਜੀ ਹਾਲੇ ਤੋਂ ਹਫਤਾ ਹੀ ਹੋਇਆ ਜੀ। ਹਫਤਾ ਹੋਇਆ, ਮਤਲਬ ਕਿ ਹੋ ਸਕਦਾ ਹੈ ਕਿ ਤੁਹਾਡੀ ਸੁਣੀ ਵੀ ਜਾ ਸਕਦੀ ਹੈ। ਪੁਰਾਣੀਆਂ ਸਰਕਾਰਾਂ ਨੂੰ ਵੀ ਇਹ ਲਿਖਤੀ ਸ਼ਿਕਾਇਤਾਂ ਦਿੱਤੀਆਂ ਸੀ ਬਹੁਤ ਵਾਰ। ਉਹਨਾਂ ਤਾਂ ਬਿਲਕੁਲ ਵੀ ਨਕਾਮ ਹੀ ਕਰਦੀਆਂ ਗੱਲਾਂ ਸਾਡੀਆਂ ਸੁਣੀਆਂ ਹੋਈਆਂ ਸਾਰੀਆਂ ਹੀ। ਉਹਨਾਂ ਨੇ ਕੋਈ ਸਾਡੇ ਵਾਅਦੇ ਪੂਰੇ ਨਹੀਂ ਕੀਤੇ। ਪੁਰਾਣੀਆਂ ਸਰਕਾਰਾਂ ਦੇ ਵੱਲੋਂ ਤਾਂ ਇਹਨਾਂ ਦਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੀਆਂ ਸਰਕਾਰਾਂ ਕਿੰਨਾ ਕੁ ਵਾਅਦੇ ਜਿਹੜੇ ਨਿਭਾਉਂਦੀਆਂ ਨੇ। ਸਾਡੇ ਪਿੰਡ ਵਿੱਚ ਅੱਗੇ ਪਹਿਲਾਂ ਜਦੋਂ ਸਾਡੇ ਇੱਥੇ ਨਰੇਗਾ ਚੱਲਦਾ ਰਿਹਾ, 1-2 ਨਰੇਗਾ ਚੱਲਿਆ, ਹੁਣ ਸਾਡੇ ਨਰੇਗਾ ਪਿੰਡ ਦੇ ਜਿਹੜੇ ਕਾਰਡ ਬਣੇ ਸੀ ਨਾ, ਉਹ ਵੀ ਕਾਰਡ ਉਹਨਾਂ ਕੱਟ ਕੇ ਰੱਖ ਦਿੱਤੇ ਨੇ। ਗਰੀਬ ਵਾਸਤੇ ਇੱਥੇ ਬੈਠੇ ਆ ਵੀ ਦਿਹਾੜੀ ਦਾ ਅਸੀਂ ਕਰ ਸਕਦੇ ਆ, ਉਹ ਵੀ ਉਹਨਾਂ ਸਾਡਾ ਕੰਮ ਬੰਦ ਕੀਤਾ ਹੈ ਨਰੇਗੇ ਵਾਲਾ। ਅੱਛਾ, ਹਾਂਜੀ ਹਾਂਜੀ। ਤੇ ਫਿਰ ਹੁਣ ਇਦਾਂ ਦਾ ਰੋਜ਼ਗਾਰ ਦੀ ਵੀ ਸਮੱਸਿਆ ਕਾਫੀ ਆਉਂਦੀ ਹੋਏਗੀ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਹੁਣ ਇੱਥੋਂ ਅਸੀਂ ਚੱਲ ਕੇ ਬੇੜੀ ਕਿਸ਼ਤੀ ਪਾਰ ਕਰਕੇ ਜੇ ਅਸੀਂ ਦਿਹਾੜੀ ਸ਼ਹਿਰ ਜਾਂਦੇ ਆ, ਸਾਡੀ ਕੇਰ ਲੱਗਦੀ ਕੇਰ ਨਹੀਂ ਲੱਗਦੀ, ਸਾਨੂੰ ਇੱਥੇ ਦਿੱਕਤ ਆਉਂਦੀ ਹੈ। ਰਾਤ ਨੂੰ ਆਉਣਾ ਪੈਂਦਾ, ਲੇਟ ਆਉਣਾ ਪੈਂਦਾ। ਕਿਉਂਕਿ ਜੇ ਆਪਾਂ ਦੇਖਿਆ ਜਾਵੇ 9 ਘੰਟੇ ਤਾਂ ਡਿਊਟੀ ਹੁੰਦੀ ਹੈ। ਤੁਸੀਂ ਭਾਵੇਂ ਜਿਹੜੀ ਮਰਜ਼ੀ ਜੌਬ ਕਰ ਲਓ, ਠੀਕ ਹੈ, ਉਹਦੇ ਵਿੱਚ ਵੀ ਤੁਸੀਂ ਅਗਰ ਸਵੇਰੇ 9 ਵਜੇ ਪਹੁੰਚਣਾ ਵੀ ਹੋਵੇ ਤੇ ਉੱਥੋਂ 5 ਵਜੇ ਤੁਸੀਂ ਫ੍ਰੀ ਹੁੰਦੇ ਹੋ। ਸਿਆਲਾਂ ਦੇ ਵਿੱਚ ਤਾਂ ਫਿਰ ਬੜਾ ਮਾੜਾ ਹੁੰਦਾ ਹੋਵੇਗਾ ਕਿ 5 ਵਜੇ ਹਨੇਰਾ ਪੈਣਾ ਸ਼ੁਰੂ ਹੋ ਜਾਂਦਾ। ਹਨੇਰਾ ਪੈਣਾ ਸ਼ੁਰੂ ਹੋ ਜਾਂਦਾ ਜੀ। ਛੁੱਟੀ ਉੱਥੋਂ ਕਈ ਵਾਰ 7 ਵਜੇ ਮਿਲਦੀ ਆ, ਕੋਈ ਟਾਈਮ ਪੱਕਾ ਹੁੰਦਾ ਹੀ ਨਹੀਂ ਸਾਡੀ ਜੋਬ ਦਾ, ਤਾਂ ਕਈ ਵਾਰੀ 8 ਵੀ ਵੱਜ ਜਾਂਦੇ ਆ। ਹਾਂਜੀ ਹਾਂਜੀ। ਤੇ ਫਿਰ ਜਦੋਂ ਹੁਣ ਜਿਵੇਂ ਉਹ ਮਾਤਾ ਜੀ ਦੱਸਦੇ ਪਏ ਸੀਗੇ ਕਿ ਸਿਹਤ ਸਹੂਲਤਾਂ ਨੂੰ ਲੈ ਕੇ ਬੜਾ ਮਾੜਾ ਹਾਲ ਹੈ। ਬਹੁਤ ਮਾੜਾ ਜੀ। ਇੱਥੇ ਕੋਈ ਸਿਹਤ ਸਹੂਲਤ ਵੱਲੋਂ ਕੋਈ ਸਾਨੂੰ ਸਹੂਲਤ ਨਹੀਂ ਦਿੱਤੀ ਗਈ, ਨਾ ਕੋਈ ਡਿਸਪੈਂਸਰੀ, ਨਾ ਲੈਣਾ ਨਾ ਦੇਣਾ। ਬਸ ਇੱਕ ਸਕੂਲ ਹੀ ਬਣਿਆ, ਉਹ ਵੀ ਖਾਲੀ ਪਿਆ ਸਾਡਾ, ਬੱਚੇ ਜਾਂਦੇ ਨੇ। ਜਿਹੜੇ ਪਿੰਡ ਦੇ ਲੋਕ ਨੇ ਉਹ ਫਿਰ ਕਿਹੜੇ, ਜੇ ਕਿਸੇ ਨੇ ਬਹੁਤ ਦੂਰ ਜਾਣਾ ਜਾਂ ਕਿਸੇ ਕੰਮ ਜਾਣਾ, ਪਿੰਡੋਂ ਨਿਕਲਣ ਦਾ ਟਾਈਮ ਕੀ ਰਹਿੰਦਾ ਤੇ ਵਾਪਸ ਆਉਣ ਦਾ ਫਿਰ ਕੀ ਰਹਿੰਦਾ? ਟਾਈਮ ਜੀ ਸਵੇਰੇ ਦਾ ਚੱਲ ਆਪਣਾ ਟਾਈਮ 6-7 ਵਜੇ ਤੋਂ ਸ਼ੁਰੂ ਹੋ ਜਾਂਦਾ, ਵੀ ਤੂੰ ਲੰਘ ਦਿਨ ਚੜ੍ਹ ਜਾਂਦਾ, ਸਾਨੂੰ ਆਰਮੀ ਵਾਲੇ ਨਹੀਂ ਰੋਕਦੇ। ਤੇ ਸ਼ਾਮ ਦਾ ਟਾਈਮ ਸਾਨੂੰ 7 ਵਜੇ ਦਾ ਟਾਈਮ ਦਿੱਤਾ ਹੁੰਦਾ, ਵੀ 7 ਵਜੇ ਤੋਂ ਪਹਿਲਾਂ ਆਪਣੇ ਆਦੇ ਏਰੀਏ 'ਚ ਆਉਣਾ ਚਾਹੀਦਾ। ਬਾਅਦ 'ਚ ਸਾਨੂੰ ਮਨਾ 6-7 ਵਜੇ ਦਾ ਹਾਂ 7 ਵਜੇ ਤੱਕ ਹੁੰਦਾ। ਹਾਂਜੀ ਹਾਂਜੀ। ਤੇ ਖਾਸ ਕਰਕੇ ਇਹ ਜਿਹੜਾ ਪਿੰਡ ਹੈ ਬਾਰਡਰ ਦੇ ਉੱਪਰ ਪੈਂਦਾ। ਆਰਮੀ ਦੀ ਵੀ ਚਲੋ ਆਪਣੀ ਇੱਕ ਡਿਊਟੀ ਬਣਦੀ ਹੈ, ਕਿਉਂਕਿ ਉਹਨਾਂ ਨੇ ਵੀ ਸਾਰਾ ਸੁਰੱਖਿਆ ਨੂੰ ਲੈ ਕੇ ਹਰ ਇੱਕ ਚੀਜ਼ ਦੇਖਣੀ ਹੁੰਦੀ ਹੈ ਤਾਂ ਜੋ ਕੋਈ ਵੀ ਅਸੁਖਾਵੀ ਘਟਨਾ ਜਿਹੜੀ ਹੈ ਨਾ ਵਾਪਰੇ। ਪਰ ਪਿੰਡ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਰਿਹਾ ਕਿਉਂਕਿ ਪਿੰਡ ਨੂੰ ਕੋਈ ਰੋਡ ਨਹੀਂ ਲੱਗਦੀ ਤੇ ਜਿਹੜਾ ਰਸਤਾ ਪਿੰਡ ਨੂੰ ਨਿਕਲਦਾ ਹੈ, ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਉਹ ਰਸਤਾ ਪਿੰਡ ਦੇ ਸਰਪੰਚ ਵੱਲੋਂ ਉਸ 'ਤੇ ਕਬਜ਼ਾ ਕੀਤਾ ਹੋਇਆ ਹੈ ਤੇ ਪਿੰਡ ਦੇ ਲੋਕ ਨੇ ਉਹਨਾਂ ਨੂੰ 6-7 ਵਜੇ ਤੱਕ ਆਪਣੇ ਘਰ ਵਾਪਸ ਆਉਣਾ ਹੁੰਦਾ ਹੈ ਤੇ ਸਵੇਰੇ 7-8 ਵਜੇ ਤੱਕ ਆਪਣੇ ਕੰਮਾਂ ਤੇ ਨਿਕਲ ਜਾਂਦੇ ਨੇ। ਸਿਹਤ ਸਹੂਲਤ ਕੋਈ ਨਹੀਂ ਹੈਗੀ ਤੇ ਨਾ ਹੀ ਪਿੰਡ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕੋਈ ਵੀ ਖਾਸਾ ਪ੍ਰਬੰਧ। ਅਸੀਂ ਤੇ ਇਹ ਕਹਿੰਦੇ ਆ ਵੀ ਸਾਨੂੰ ਸਰਕਾਰ ਜਿਹੜੀ ਵੀ ਕੋਈ ਇਸ ਟਾਈਮ ਮੌਜੂਦਾ ਚੱਲਦੀ ਪਈ ਹੈ, ਸਾਨੂੰ ਪੁੱਲ ਦੀ ਸਾਡੀ ਡਿਮਾਂਡ ਕੀਤੀ ਹੈ, ਸਾਨੂੰ ਪੁੱਲ ਦਿੱਤਾ ਜਾਵੇ। ਅਸੀਂ ਹੋਰ ਕੋਈ ਚੀਜ਼ ਨਹੀਂ ਮੰਗਦੇ, ਸਾਡੇ ਬੱਚਿਆਂ ਦੀ ਪੜ੍ਹਾਈ ਵੀ ਹੋ ਜਾਏਗੀ, ਸਾਡਾ ਲੰਘ ਟਾਪਾ ਵੀ ਸਹੀ ਤਰੀਕੇ ਨਾਲ ਚੱਲ ਪਏਗਾ। ਸਾਨੂੰ ਪੁੱਲ ਦਿੱਤਾ ਜਾਵੇ। ਕੋਈ ਪੁੱਲ ਐਡਾ ਵੱਡਾ ਤਕੜੀ ਪੁੱਲ ਨਹੀਂ ਹੈਗੀ ਜਿਹੜੀ ਇੱਥੋਂ ਸਰਕਾਰ ਕੋਲ ਨਹੀਂ ਬਣਾਈ ਜਾਂਦੀ। ਜੇ ਗੌਰ ਕਰੇ ਤਾਂ ਇਹ ਹੋ ਸਕਦਾ 8 ਦਿਨ ਵਿੱਚ ਵੀ ਬਣਾ ਸਕਦੇ ਨੇ। ਹਾਂਜੀ ਹਾਂਜੀ। ਆਪਾਂ ਬੱਚਿਆਂ ਦੇ ਨਾਲ ਥੋੜੀ ਬਹੁਤ ਗੱਲਬਾਤ ਕਰਦੇ ਹਾਂ। ਬੇਟਾ ਕੀ ਨਾਮ ਹੈ? ਵਕੀਲ। ਕੀ ਉਮਰ ਕੀ ਹੈ? ਉਮਰ 9 ਸਾਲ ਦੀ। ਅੱਛਾ, ਤੇ ਪੜ੍ਹਦੇ ਹੋ? ਹਾਂਜੀ, ਕਿਹੜੀ ਕਲਾਸ ਵਿੱਚ ਹੋ? ਚੌਥੀ। ਤੇ ਟੀਚਰ ਆਉਂਦੇ ਨੇ ਸਕੂਲ ਵਿੱਚ? ਇਹ ਕਈ ਵਾਰ ਆ ਰਹੇ ਨੇ, ਕਈ ਵਾਰ ਨਹੀਂ ਆ ਰਹੇ। ਤੇ ਫਿਰ ਜਦੋਂ ਨਹੀਂ ਆਉਂਦੇ ਫਿਰ ਸਕੂਲ 'ਚ ਕੀ ਕਰਦੇ ਹੋ? ਪੜ੍ਹਦੇ ਹੋ ਕਿ ਫਿਰ ਮਸਤੀ ਕਰਦੇ ਹੋ? ਉੱਥੇ ਬੈਠੇ ਰਵੀ ਦਾ ਕੋਈ ਪੜ੍ਹਾਦਾ ਰਿਹਾ ਨਹੀਂ।
ਅੱਛਾ ਬੈਠੇ ਰਹਿੰਦੇ ਹੋ ਹੈ ਵੱਡੇ ਹੋ ਕੇ ਕੀ ਬਣਨਾ ਆਪਾਂ ਨਾਮ ਤਾਂ ਵਕੀਲ ਰੱਖਿਆ ਬੋਲਦਾ ਤਾਂ ਕੁਝ ਹੈ ਨਹੀਂ ਵਕੀਲ ਤਾਂ ਇੰਨਾ ਬੋਲਦੇ ਹੁੰਦੇ ਨੇ ਬੱਚਾ ਸ਼ਰਮਾ ਰਿਹਾ ਥੋੜਾ ਬਟ ਇਹਦੇ ਪੇਰੈਂਟਸ ਦੱਸਦੇ ਨੇ ਕਿ ਵੱਡੇ ਹੋ ਕੇ ਵਕੀਲ ਬਣਨਾ ਚਾਹੁੰਦਾ ਦਾ ਨਾਮ ਵੀ ਵਕੀਲ ਹੈ ਬਾਕੀ ਸਕੂਲ ਚ ਟੀਚਰ ਆਉਣਗੇ ਤਾਂ ਵਕੀਲ ਬਣੇਗਾ ਜੇ ਨਾ ਆਇਆ ਤਾਂ ਫਿਰ ਇੱਥੇ ਘਰ ਦਾ ਹੀ ਵਕੀਲ ਰਹੇਗਾ ਪਰ ਚਲੋ ਠੀਕ ਹੈ ਹਾਸਾ ਮਜ਼ਾਕ ਇੱਕ ਪਾਸੇ ਪਰ ਜੇ ਸੱਚ ਦੱਸੀਏ ਤਾਂ ਅਸੀਂ ਵੀ ਜਦੋਂ ਆਏ ਆ ਦੇਖ ਕੇ ਬੜਾ ਹੀ ਅਜੀਬ ਲੱਗਾ ਕਿ ਇੰਨਾ ਦੂਰ ਪਿੰਡ ਹੈ ਇੱਕ ਤਾਂ ਬਾਰਡਰ ਦੇ ਨਾਲ ਲੱਗਦਾ ਹੈ ਸਿਕਿਉਰਿਟੀ ਤਾਂ ਹੈਗੀ ਹੈ ਪਰ ਸਹੂਲਤਾਂ ਨਹੀਂ ਹੈਗੀਆਂ ਇਸ ਪਿੰਡ ਦੇ ਵਿੱਚ ਸਹੂਲਤਾਂ ਦੀ ਇਸ ਪਿੰਡ ਵਾਲਿਆਂ ਨੂੰ ਖਾਸੀ ਜ਼ਰੂਰਤ ਹੈ ਸਰਕਾਰ ਨੂੰ ਵੀ ਇੱਕ ਵਾਰ ਇੱਧਰ ਨਿਗਾਹ ਜਿਹੜੀ ਹੈ ਮਾਰਨੀ ਚਾਹੀਦੀ ਹੈ ਦੇਖ ਕੇ ਅਣਦੇਖਿਆ ਨਹੀਂ ਕਰਨਾ ਚਾਹੀਦਾ ਵਾਅਦੇ ਕਰਕੇ ਭੁੱਲਣੇ ਨਹੀਂ ਚਾਹੀਦੇ ਕਿਉਂਕਿ ਇਸ ਪਿੰਡ ਦੀਆਂ ਵੋਟਾਂ ਤਾਂ ਗਿਣੀਆਂ ਜਾਂਦੀਆਂ ਨੇ ਪਰ ਇਹ ਪਿੰਡ ਜਿਹੜਾ ਤੁਹਾਨੂੰ ਗੂਗਲ ਤੇ ਬਿਲਕੁਲ ਵੀ ਨਹੀਂ ਦਿਸਦਾ ਤੇ ਸ਼ਾਇਦ ਸਰਕਾਰ ਦੀਆਂ ਨਿਗਾਹਾਂ ਨੂੰ ਵੀ ਇਹ ਪਿੰਡ ਨਹੀਂ ਦਿਸਦਾ ਪਿੱਛੇ ਜੇ ਵੀਰ ਜੀ ਹੁਣੀ ਇਹ ਵੀ ਦੱਸ ਰਹੇ ਸੀਗੇ ਕਿ ਇਸ ਪਿੰਡ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਨਹੀਂ ਹੋਈਆਂ ਧੱਕੇਸ਼ਾਹੀ ਦੇ ਨਾਲ ਜਿਹੜਾ ਸਰਪੰਚ ਹੈ ਉਹ ਬਣਾਇਆ ਗਿਆ ਹੈ ਵੀਰ ਜੀ ਜਦੋਂ ਬਾਕੀ ਦੀਆਂ ਵੋਟਾਂ ਹੁੰਦੀਆਂ ਨੇ ਫਿਰ ਉਹ ਕਿਵੇਂ ਮੈਨੇਜ ਕਰਦੇ ਹੋ ਵੋਟ ਪਾਣ ਕਿੱਥੇ ਜਾਂਦੇ ਹੋ ਵੋਟ ਪਾਉਣ ਜੀ ਨਿਆਲੇ ਕਿਲਚੇ ਪਹਿਲੇ ਸਾਡੀ ਪੰਚਾਇਤ ਹੈ ਦੁਲਚੀ ਦੇ ਨਾਲ ਜੁੜੀ ਹੋਈ ਸੀਗੀ ਹੁਣ ਪਿਛਲੀ ਵਾਰ ਸਾਡੀ ਪੰਚਾਇਤ ਉਧਰੋਂ ਤੋੜ ਕੇ ਨਿਆਲੇ ਕੰਮੇ ਵਾਲੇ ਦੇ ਨਾਲ ਲਾਤੀ ਤੇ ਇੱਥੇ ਸਾਡੀਆਂ ਵੋਟਾਂ ਹੋਈਆਂ ਨਿਆਲੇ ਵਾਲੇ ਤੇ ਪਿੰਡ ਦੇ ਆਲਮੋਸਟ ਸਾਰੇ ਲੋਕ ਵੋਟ ਪਾਉਣ ਜਾਂਦੇ ਨੇ ਕਿ ਵੋਟਾਂ ਰਹਿ ਜਾਂਦੀਆਂ ਨੇ ਜੀ ਐਕਤੀ ਵੋਟਾਂ ਪਾਉਣ ਦਾ ਕੋਈ ਮਾਹੌਲ ਬਣਿਆ ਵੱਡੀਆਂ ਇਲੈਕਸ਼ਨ ਦੇ ਵਿੱਚ ਨਹੀਂ ਤਾਂ ਪਹਿਲਾਂ ਜਿਹੜਾ ਪਿੰਕੀ ਵੱਲੋਂ ਧੱਕਾ ਹੀ ਚੱਲਿਆ ਕੋਈ ਵੋਟ ਨਹੀਂ ਪਈ ਸਰਪੰਚ ਨੇ ਆਹ ਬਣਾ ਲਿਆ ਮੈਂਬਰ ਦੇ ਆਹ ਬਣਾ ਲਿਆ ਹਾਂਜੀ ਬਹੁਤ ਧੱਕਾ ਇਸ ਵਾਰ ਫਿਰ ਪਈਆਂ ਵੋਟਾਂ ਇਸ ਵਾਰੀ ਤਾਂ ਉਹਨੂੰ ਇੱਕ ਵੋਟ ਮੇਰਾ ਘਰੋਂ ਕਰ ਦਿੱਤਾ ਵੋਟਾਂ ਪਿੰਕੀ ਦੇ ਨਿਕਲੀਆਂ ਹੋਣਗੀਆਂ ਬਾਕੀ ਮੈਨੂੰ ਨਹੀਂ ਲੱਗਦਾ ਕਿਸੇ ਦੀ ਵੋਟ ਉਹਨੂੰ ਪਈ ਹੋਵੇਗੀ ਤੇ ਜਿਹੜੇ ਮੁੱਖ ਮੰਤਰੀ ਦੇ ਇਲੈਕਸ਼ਨ ਹੋਏ ਸੀਗੇ ਉਹਦੇ ਵਿੱਚ ਫਿਰ ਵੋਟਾਂ ਪਾਈਆਂ ਸੀਗੀਆਂ ਪਿੰਡ ਵਾਲਿਆਂ ਨੇ ਹਾਂਜੀ ਪਾਈਆਂ ਸੀ ਜੀ ਹਾਂਜੀ ਉਹਦੇ ਵਿੱਚ ਫਿਰ ਸਾਰੇ ਬੇੜੇ ਵਿੱਚ ਬਹਿ ਕੇ ਗਏ ਹਾਂਜੀ ਗਏ ਆ ਜੀ ਗਏ ਆ ਅਸੀਂ ਗਏ ਜਾਣਾ ਸੀਗਾ ਸਾਨੂੰ ਦੂਜੀ ਸਰਕਾਰਾਂ ਦਾ ਕਿਸੇ ਨੇ ਕੀਤਾ ਇੱਕ ਆਮ ਪਾਰਟੀ ਨੇ ਸਾਨੂੰ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡਾ ਕੁਝ ਨਾ ਕੁਝ ਹੱਲ ਕਰਾਂਗੇ ਤੇ ਅਸੀਂ ਵੋਟਾਂ ਪਾਈਆਂ ਆਪਣੀ ਪਾਰਟੀ ਤੋਂ ਇਸ ਪਿੰਡ ਦੇ ਵਿੱਚ ਕਿਹੜੇ ਮੰਤਰੀ ਆਏ ਸੀਗੇ ਕੁਲਦੀਪ ਭੁੱਲਰ ਜੀ ਆਏ ਹਾਂਜੀ ਨਰਵੀਰ ਵੀ ਆਏ ਸੀ ਪਹਿਲਾਂ ਵੋਟਾਂ ਦੀ ਖੇਰੀ ਤੇ ਬਾਅਦ ਚ ਕੁਲਦੀਪ ਭੁੱਲਰ ਦੋ ਵਾਰੀ ਚੱਕਰ ਕੱਢ ਗਿਆ ਸਾਡਾ ਟ੍ਰਾਂਸਫਾਰਮ 10 ਦਾ ਸੀਗਾ ਜਿਹੜਾ ਉਹ 25 ਦਾ ਕਰਕੇ ਗਿਆ ਸਾਡਾ ਬਹੁਤ ਫਾਇਦਾ ਕੀਤਾ ਉਹਨਾਂ ਅੱਛਾ ਤੇ ਬਿਜਲੀ ਦਾ ਫਿਰ ਕਿਵੇਂ ਆ ਇੱਥੇ ਬਿਜਲੀ ਬਹੁਤ ਵਧੀਆ ਜੀ ਪਹਿਲਾਂ ਬਹੁਤ ਸਾਨੂੰ ਤੰਗੀ ਸੀਗੀ ਹੁਣ ਸਾਡਾ ਟ੍ਰਾਂਸਫਾਰਮ ਵੱਡਾ ਕਰਾ ਤੇ ਭੁੱਲਰ ਜੀ ਗਿਆ ਤੇ ਹੁਣ ਸਾਨੂੰ ਕੋਈ ਮੁਸ਼ਕਲ ਨਹੀਂ ਜੀ ਇਹ ਸੀ ਕਾਲੂ ਵਾਲਾ ਪਿੰਡ ਨਾ ਤਾਂ ਜਿੱਥੇ ਕੋਈ ਸਿਹਤ ਸਹੂਲਤ ਮਿਲਦੀ ਹੈ ਨਾ ਹੀ ਜਿਹਨੂੰ ਕੋਈ ਰੋਡ ਲੱਗਦਾ ਹੈ ਜਿੱਥੇ ਲੋਕ ਆਪਣਾ 6-6 ਮਹੀਨੇ ਦਾ ਇਕੱਠਾ ਰਾਸ਼ਨ ਡੀਜ਼ਲ ਪੈਟਰੋਲ ਲੈ ਆਉਂਦੇ ਨੇ ਤਾਂ ਜੋ ਉਹਨਾਂ ਨੂੰ ਬਾਅਦ ਵਿੱਚ ਦਿੱਕਤਾਂ ਨਾ ਆਉਣ ਜਿੱਥੇ ਲੋਕ ਆਪਣੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਉਹ ਬੋਰੀਆਂ ਦੇ ਵਿੱਚ ਪਾ ਕੇ ਛੋਟੀ ਜੀ ਬੇੜੀ ਦੇ ਵਿੱਚ ਲੱਦ ਕੇ ਮੰਡੀ ਵਿੱਚ ਵੇਚਣ ਜਾਂਦੇ ਨੇ ਇਹ ਉਹ ਪਿੰਡ ਹੈ ਜੋ ਹਾਲੇ ਵੀ ਜੇ ਆਪਾਂ ਪੰਜਾਬ ਦੇ ਨਕਸ਼ੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਨਕਸ਼ੇ ਤੇ ਤਾਂ ਹੈਗਾ ਇੰਡੀਆ ਦੇ ਨਕਸ਼ੇ ਤੇ ਵੀ ਤੁਹਾਨੂੰ ਮਿਲ ਜਾਏਗਾ ਪਰ ਤੁਹਾਨੂੰ ਗੂਗਲ ਮੈਪ ਤੇ ਪਿੰਡ ਨਹੀਂ ਮਿਲੇਗਾ ਇਹ ਉਹ ਪਿੰਡ ਹੈ ਜਿੱਥੇ ਹਾਲੇ ਵੀ ਬਹੁਤ ਜ਼ਿਆਦਾ ਧੱਕੇਸ਼ਾਹੀ ਚੱਲਦੀ ਹੈ 75 ਆਜ਼ਾਦੀ ਦੇ ਸਾਲ ਪੂਰੇ ਹੋਣ ਤੋਂ ਬਾਅਦ ਵੀ ਇਹ ਉਹ ਪਿੰਡ ਹੈ ਜਿੱਥੇ ਅੱਜ ਵੀ ਲੋਕ ਪੜ੍ਹਾਈ ਲਈ ਤਰਸਦੇ ਨੇ ਸ਼ਾਇਦ ਇੱਥੋਂ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਵੱਡੀਆਂ ਜਿਹੜੀਆਂ ਅਮਿਊਜ਼ਮੈਂਟ ਪਾਰਕਸ ਹੁੰਦੀਆਂ ਨੇ ਸ਼ਾਇਦ ਉਹ ਵੀ ਨਾ ਦੇਖੀਆਂ ਹੋਣ ਇਹ ਉਹ ਪਿੰਡ ਹੈ ਜਿੱਥੇ ਕਿ ਇੱਕ ਗਰਭਵਤੀ ਔਰਤ ਦਾ ਬੱਚਾ ਸਿਰਫ ਇਸ ਲਈ ਮਰ ਜਾਂਦਾ ਹੈ ਕਿਉਂਕਿ ਉਸ ਨੂੰ ਡਿਲੀਵਰੀ ਦੇ ਲਈ ਕੋਈ ਡਾਕਟਰ ਨਹੀਂ ਮਿਲਦਾ ਸੋ ਇਸ ਪਿੰਡ ਵਾਲਿਆਂ ਦੀਆਂ ਕਾਫੀ ਵੱਡੀਆਂ ਪਰੇਸ਼ਾਨੀਆਂ ਨੇ ਉਮੀਦ ਕਰਦੇ ਹਾਂ ਕਿ ਇਹ ਸਾਰੇ ਹਾਲਾਤ ਇਸ ਪਿੰਡ ਵਾਲਿਆਂ ਦੇ ਦੇਖਣ ਤੋਂ ਬਾਅਦ ਜਿਹੜੇ ਸਾਡੇ ਸਰਕਾਰਾਂ ਦੇ ਵਿੱਚ ਨੁਮਾਇੰਦੇ ਬੈਠੇ ਨੇ ਉਹਨਾਂ ਦੀਆਂ ਅੱਖਾਂ ਖੁੱਲਣਗੀਆਂ ਤਾਂ ਉਹ ਜ਼ਰੂਰ ਇਸ ਪਿੰਡ ਵਾਲਿਆਂ ਦੀ ਮਦਦ ਦੇ ਲਈ ਅੱਗੇ ਆਉਣਗੇ ਫਿਲਹਾਲ ਅੱਜ ਦੇ ਇਸ ਕਿੱਸੇ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਦੇ ਇਜਾਜ਼ਤ ਤੁਸੀਂ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ ਵਧੇਰੇ ਜਾਣਕਾਰੀ ਦੇ ਲਈ ਸਬਸਕ੍ਰਾਈਬ ਕਰ ਸਕਦੇ ਹੋ ਸਾਡਾ YouTube ਚੈਨਲ RMB ਟੈਲੀਵਿਜ਼ਨ ਤੇ ਨਾਲ ਹੀ ਲਾਈਕ ਕਰੋ Facebook ਪੇਜ ਵੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਆਪਣੀ ਰਾਏ ਤੇ ਨਾਲ ਹੀ ਉਹ ਮੁੱਦੇ ਜਿਨ੍ਹਾਂ ਤੇ ਤੁਸੀਂ ਵਿਚਾਰ ਚਰਚਾ ਕਰਨਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਰਾਏ ਸਾਡੇ ਲਈ ਬੇਹੱਦ ਮਾਇਨੇ ਰੱਖਦੀ ਹੈ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ ਤੇ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ